अज दे अमृतमई बचनां दा पाठ भाई साहब जी पासों सरवण कीता। पवित्र बाणी दी विचार नाल सांझ पाउण लई जो सुभागा समां प्राप्त हो रहा है, मन बिरतियां नूं एकाग्र करदे होए निमाणे जे हो के चवर छतर तख्त दे मालक धन गुरु ग्रंथ साहिब महाराज जी दे पावन चरनां च जुड़न दा यतन करिए। सतगुरु गुरु पातशाह जी अज दे पावन शब्द दे द्वारा सानू मनुखी दुनियावी जीवां नूं जो समझाउणा चाहुंदे ने, एक मन एक चित हो के समझण दा यतन करिए जी। वाहिगुरु साहिब जी। श्री राग महला पहला। पाई रे संत जना की अरेण, संत सभा गुर पाईय, मुक्त पदारथ तेण रहा। आप जी रोजाना इस अस्थान तो अमृतमई बाणी दी लड़ीवार विचार दे नाल सांझ पाउंदे आ रहे हो। श्री राग दे अंदर धन गुरु नानक साहब जी का ये पावन शब्द जो आप जी ने सरवण किया है, गुरु ग्रंथ साहिब महाराज जी की पवित्र बाणी पावन अंग 18 के उपर सुभाएमान है। गुरु नानक साहब जी का ये 12वां शब्द, जिस विचों रहाओ शब्द का जो केंद्री भाव है, रहाऊ वाली पंक्ति नूं आप जी ने सरवण किया। सतगुरु गुरु नानक साहब जी सर्व सांझे तौर पे हर एक मनुख हर एक प्राणी नूं भाई शब्द जिहड़ा उचारण करके आवाज दे के समझाउंदे ने। भाई रे, हे भाई, गुरमुख जनां दे चरनां दी धूड़ी बनो। भाव तुहाडे मन दे विच इन्नी निमरता होनी चाहिदी है और गुरमुखां दी संगत दे विच आओ। तुहानू ओ धेन कहंदे आ गऊ नूं। सनातन धर्म दे विच काम धेन गऊ मन्नी गई है कि काम धेन गऊ जिहड़ी है वो सारियां इच्छावां दी पूर्ति करदी है। जे उहदी आराधना कीती जाए तां इच्छावां पूरीआं हुंदियां ने, पर महाराज जी कहंदे वो तां एक मनौत है, मन्निया जांदा है। अज तक किसी ने उस काम धेन गऊ नूं वेखिया नहीं, पर जे समर्थ वाहिगुरु दी शरण विच आओगे तां परमेश्वर दा नाम ये रब्बी बाणी ही तुहाडे वास्ते वो काम धेन गऊ है। ये परमेश्वर दा नाम तुहानू मुक्ति भी देवेगा और तुहाडीआं इच्छावां दी पूर्ति भी करेगा। एक बचन आपां गुरबाणी विचों बड़ी वार पढ़िया और बड़ी बार गुरु साहब जी ने हुक्म भी बख्शिया। इच्छा पूरक सर्ब सुख दाता, हर जाके वस है काम धेना। काम धेना का अर्थ वो धेन गऊ। कहंदे वो भावें है या नहीं है, जे वो है तां भी वो उस मालिक दे हुक्म विच है। जाके वस है काम धेना, इसलिए जिहदे वस विच है तू उहदे नाम
ਦਾ ਅਭਿਆਸ ਕਰ, ਤੂੰ ਉਹਦੇ ਨਾਮ ਦਾ ਸਿਮਰਨ ਕਰ। ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾਂ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਇਹ ਮਨਾ, ਤੂੰ ਸਾਰੇ ਦੇ ਸਾਰੇ ਹੀ ਸੁਖ ਪਾਲੇਗਾ ਜੇ ਤੂੰ ਐਸੇ ਹਰੀ ਪਰਮੇਸ਼ਵਰ ਦੇ ਸੱਚੇ ਨਾਮ ਨੂੰ ਧਿਆਵੇਂਗਾ। ਹੁਣ ਉਹਦੀ ਪ੍ਰਾਪਤੀ ਕਿੱਥੇ ਹੋਣੀ ਹੈ? ਸੰਤ ਸਭਾ ਦੇ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ, ਰੰਗ ਰਤੜੀਆਂ ਰੂਹਾਂ ਦੀ ਸੰਗਤ ਵਿੱਚ, ਭਗਤੀ ਵਿੱਚ ਲੀਨ ਹੋਇਆਂ ਦੀ ਸੰਗਤ ਵਿੱਚ। ਜਦੋਂ ਆਪਾਂ ਗੁਰੂ ਸਾਹਿਬ ਜੀ ਦੇ ਦੁਆਰੇ ਆਉਂਦੇ ਹਾਂ ਤਾਂ ਜਿਹੜੀ ਸੰਗਤ ਵਿੱਚ ਆ ਕੇ ਬੈਠੇ ਹਾਂ, ਸਿਰਫ ਇਹ ਸੰਗਤ ਨਹੀਂ, ਅਸੀਂ ਇਹਦੇ ਨਾਲ ਨਾਲ ਉਹਨਾਂ ਰੰਗ ਵਿੱਚ, ਰੱਬੀ ਰੰਗ ਵਿੱਚ, ਭਗਤੀ ਰੰਗ ਵਿੱਚ, ਰੰਗ ਰਤੜੀਆਂ ਰੂਹਾਂ ਦੀ ਵੀ ਸੰਗਤ ਕਰਦੇ ਹਾਂ, ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਨੇ, 15 ਦੇ 15 ਭਗਤ। ਸਾਨੂੰ ਸੰਤ ਸਭਾ ਦੇ ਵਿੱਚ ਉਹਨਾਂ ਦੀ ਸੰਗਤ ਵੀ ਮਿਲਦੀ ਹੈ। ਤੇ ਜਦੋਂ ਐਸੇ ਸੰਤ ਸਭਾ ਵਿੱਚ ਬੈਠੋਗੇ ਤੇ ਅੰਦਰ ਤੇ ਨਾਮ ਦਾ ਰੰਗ ਆਪੇ ਹੀ ਚੜ੍ਹੇਗਾ, ਕਿਉਂਕਿ ਜੈਸੀ ਸੰਗਤ ਹੋਏਗੀ ਰੰਗਤ ਵੀ ਵੈਸੀ ਆਏਗੀ। ਜਿੱਦਾਂ ਦੀ ਸੁਸਾਇਟੀ ਵਿੱਚ ਬੈਠੋਗੇ ਉਸ ਤਰ੍ਹਾਂ ਦਾ ਹੀ ਪ੍ਰਭਾਵ ਪਏਗਾ, ਉਸੇ ਤਰ੍ਹਾਂ ਦਾ ਅਸਰ ਹੋਏਗਾ। ਇਸ ਲਈ ਮਹਾਰਾਜ ਜੀ ਕਹਿੰਦੇ, ਭਾਈ ਰੇ ਸੰਤ ਜਨਾਂ ਕੀ ਰੇਣ। ਗੁਰਮੁਖ ਜਨਾਂ ਦੀ, ਜਿਨ੍ਹਾਂ ਨੇ ਨਾਮ ਦਾ ਅਭਿਆਸ ਕਰਕੇ ਆਪਣੇ ਮਨ ਨੂੰ ਸ਼ਾਂਤ ਕੀਤਾ। ਮਨ ਸ਼ਾਂਤ ਕਰਨ ਵਾਲੇ ਨੂੰ ਸੰਤ ਕਹਿੰਦੇ ਆ। ਮਨ ਅੰਦਰ ਕਿੱਥੇ ਸ਼ਾਂਤ ਹੁੰਦਾ ਹੈ? ਮਨ ਤੇ ਚੰਚਲ ਬਣ ਕੇ ਹਰ ਵੇਲੇ ਕਦੀ ਇੱਧਰ ਕਦੀ ਉੱਧਰ। ਜਿੰਨਾ ਮਨ ਭਟਕਦਾ ਹੈ ਉਨੀ ਬੇਚੈਨੀ ਵੱਧਦੀ ਹੈ, ਉਨੀ ਚਿੰਤਾ ਵੱਧਦੀ ਹੈ। ਤੇ ਜਿੰਨਾ ਮਨ ਸ਼ਾਂਤ ਹੋਏਗਾ ਉਨੀ ਬੇਚੈਨੀ, ਚਿੰਤਾਵਾਂ, ਇਹ ਸਭ ਕੁਝ ਮੁੱਕ ਜਾਣਗੀਆਂ। ਮਨ ਦਾ ਭਟਕਣਾ ਹੀ ਸਾਡੀ ਚਿੰਤਾ ਨੂੰ ਵਧਾਉਂਦਾ ਹੈ। ਮਨ ਦੀ ਭਟਕਣਾ ਜਿਹੜੀ ਹੈ ਇਹੀ ਸਾਡੇ ਅੰਦਰ ਦੀ ਬੇਚੈਨੀ ਨੂੰ ਵਧਾਉਂਦੀ ਹੈ। ਜਿਨ੍ਹਾਂ ਗੁਰਮੁਖ ਜਨਾਂ ਨੇ ਆਪਣੇ ਮਨ ਨੂੰ ਸ਼ਾਂਤ ਕੀਤਾ ਹੈ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੇ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਜਿਨ੍ਹਾਂ ਨੇ ਅੰਦਰੋਂ ਆਪਣੇ ਅੰਦਰ ਨੂੰ ਪਰਮੇਸ਼ਵਰ ਦੇ ਸੱਚੇ ਨਾਮ ਦੇ ਰੰਗ ਵਿੱਚ ਰੰਗ ਲਿਆ ਹੈ, ਉਹ ਰੰਗ ਰਤੜੀਆਂ ਰੂਹਾਂ ਜਿਹੜੀਆਂ ਨੇ ਉਹਨਾਂ ਦੀ ਚਰਨਾਂ ਦੀ ਧੂੜ ਮਹਾਰਾਜ ਜੀ ਕਹਿੰਦੇ ਆ ਵੀ ਹੋ ਜਾਓ, ਬਰਕਤ ਜੀਵਨ ਵਿੱਚ ਤਾਂ ਪਏਗੀ। ਭਾਵ ਉਹਨਾਂ ਦੀ ਸੰਗਤ ਕਰੋ। ਕਬੀਰ ਸਾਹਿਬ ਜੀ ਨੇ ਵੀ ਬੜੀ ਵੱਡੀ ਗੱਲ ਕਹੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰ ਦੇ ਵਿੱਚ ਬੜੀ ਵੱਡੀ ਗੱਲ ਉਹਨਾਂ ਨੇ ਕਹੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ, ਮੇਰੀ ਖੱਲੋਂ ਮੌਜੜੇ ਗੁਰ ਸਿੱਖ ਹੰਡਾਉਂਦੇ। ਕਹਿਣ ਲੱਗੇ ਮੇਰੀ ਜਿਹੜੀ ਆ ਖੱਲ ਹੈ ਨਾ, ਖੱਲ ਚਮੜੀ, ਇਸ ਚਮੜੀ ਦੀ ਜੁੱਤੀ ਬਣਾ ਕੇ ਮੈਂ ਗੁਰਮੁਖਾਂ ਦੇ ਚਰਨਾਂ ਦੇ ਵਿੱਚ ਪਵਾਈ। ਹਾਲਾਂਕਿ ਪਵਾਈ ਨਹੀਂ, ਉਹ ਦੱਸ ਰਿਹਾ ਵੀ ਇੰਨੀ ਨਿਮਰਤਾ ਮਨ ਵਿੱਚ ਹੋਣੀ ਚਾਹੀਦੀ ਹੈ। ਅਸੀਂ ਇੱਥੇ ਧੂੜੀ ਬਣਨ ਵਾਸਤੇ ਆਏ ਹਾਂ ਜਾਂ ਅਸੀਂ ਇੱਥੇ ਧੂੜੀ ਮੰਗਣ ਵਾਸਤੇ ਆਏ ਹਾਂ? ਗੁਰਮੁਖਾਂ ਦੀ ਸੰਗਤ ਕਰਨ ਲਈ ਆਏ ਹਾਂ। ਤੇ ਗੁਰਮੁਖਾਂ ਦੀ ਸੰਗਤ ਮਿਲ ਜਾਏ, ਮਹਾਰਾਜ ਜੀ ਕਹਿੰਦੇ ਤੂੰ ਰੋਜ਼ ਰਾਤ ਨੂੰ ਸੌਣ ਲੱਗਿਆਂ ਅਰਦਾਸ ਕਰਕੇ ਸੋਇਆ ਕਰ। ਜਦੋਂ ਤੂੰ ਰਾਤ ਨੂੰ ਸੌਣ ਲੱਗਿਆਂ ਰੋਜ਼ ਅਰਦਾਸ ਕਰਕੇ ਸੌਵੇਂਗਾ, ਸੱਚ ਜਾਣੀ ਸਾਰੀ ਰਾਤ ਉਹਦਾ ਅਸਰ ਤੇਰੇ ਅੰਦਰ ਰਹੇਗਾ। ਤੇ ਜਦੋਂ ਸਵੇਰੇ ਤੇਰੀਆਂ ਅੱਖਾਂ ਅੰਮ੍ਰਿਤ ਵੇਲੇ ਖੁੱਲਣ ਤਾਂ ਤੂੰ ਗੁਰਮੁਖਾਂ ਦੇ ਸੰਗਤ ਵਿੱਚ ਰੰਗਤ ਪ੍ਰਾਪਤ ਕਰ ਸਕੇਗਾ। ਉਹ ਅਰਦਾਸ ਕਿਹੜੀ ਸੀ? ਅੰਤਰਜਾਮੀ ਪੁਰਖ ਵਿਧਾਤੇ,
ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ। ਮੋਕੋ ਕਰ ਸੰਤਨ ਕੀ ਧੂਰੇ। ਇਹ ਰਾਤ ਨੂੰ ਹਰ ਗੁਰੂ ਕਾ ਸਿੱਖ, ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜਦੋਂ ਰਾਤ ਨੂੰ ਸੌਣ ਲੱਗਿਆਂ ਸੋਹਲੇ ਦੀ ਬਾਣੀ ਦਾ ਪਾਠ ਕਰਦੀਆਂ ਨੇ ਤੇ ਇਹ ਪਾਵਨ ਪੰਗਤੀਆਂ ਪੜ੍ਹ ਕੇ ਅਰਦਾਸ ਰੂਪ ਵਿੱਚ ਇਹ ਦਾਤ ਮੰਗ ਕੇ ਫਿਰ ਆਪਾਂ ਸੌਂਦੇ ਹਾਂ। ਤੇ ਜਦੋਂ ਇਹ ਅੱਖਾਂ ਬੰਦ ਹੋਣ ਤੋਂ ਪਹਿਲਾਂ ਭਾਵ ਸੌਣ ਤੋਂ ਪਹਿਲਾਂ ਇਹ ਦਾਤ ਮੰਗੀ ਹੋਏਗੀ ਤੇ ਜਦੋਂ ਅੱਖਾਂ ਖੁੱਲਣਗੀਆਂ ਇਹ ਦਾਤ ਮਿਲ ਜਾਏਗੀ। ਮੋਕੋ ਕਰ ਸੰਤਨ ਕੀ ਧੂਰੇ। ਤੇ ਭਾਈ ਗੁਰਦਾਸ ਜੀ ਕਹਿੰਦੇ ਮੇਰੀ ਖੱਲੋਂ ਮੌਜੜੇ ਗੁਰ ਸਿੱਖ ਹੰਡਾਉਂਦੇ। ਮੇਰੀ ਜਿਹੜੀ ਆ ਖੱਲ ਚਮੜੀ ਹੈ ਇਹਦੀ ਮੈਂ ਜੁੱਤੀ ਬਣਾ ਕੇ ਗੁਰਮੁਖਾਂ ਦੇ ਪੈਰੀ ਪਵਾ ਦਿਆਂ ਤੇ ਗੁਰਸਿੱਖ ਜਿਹੜੇ ਆ ਇਹਨੂੰ ਹੰਡਾਉਂਦੇ ਆ। ਭਾਵ ਇੰਨਾ ਨਿਮਾਣਾਪਨ ਨਿਮਰਤਾ ਜਿਹੜੀ ਹੈ ਉਹ ਭਾਈ ਗੁਰਦਾਸ ਜੀ ਦੇ ਵਿੱਚ ਜ਼ਿਕਰ ਕਰ ਰਹੇ ਆ। ਮਸਤਕ ਲੱਗੇ ਸਾਧ ਰੇਣ, ਕਿਉਂਕਿ ਜਦੋਂ ਮੇਰੀ ਚਮੜੀ ਦੀ ਜੁੱਤੀ ਰੱਬ ਦੀ ਬੰਦਗੀ ਕਰਨ ਵਾਲਿਆਂ ਦੇ ਪੈਰ ਵਿੱਚ ਪਏਗੀ ਉਹਨਾਂ ਦੀ ਜਿਹੜੀ ਧੂੜ ਹੈ ਉਹ ਮੇਰੇ ਮਸਤਕ ਤੇ ਲੱਗਦੀ ਰਹੇਗੀ। ਮਸਤਕ ਲੱਗੇ ਸਾਧ ਰੇਣ, ਵੱਡ ਭਾਗ ਜਿਨ੍ਹਾਂ ਦੇ, ਪਰ ਕਹਿੰਦੇ ਇਹ ਵੀ ਧੂੜ ਉਹਨਾਂ ਦੇ ਮਸਤਕ ਤੇ ਲੱਗੇਗੀ ਜਿਨ੍ਹਾਂ ਦੇ ਵੱਡੇ ਭਾਗ ਹੋਣਗੇ, ਕਿਉਂਕਿ ਬਿਨ ਭਾਗਾਂ ਸਤ ਸੰਗ ਨਾ ਲੱਭੈ। ਬਿਨ ਸੰਗਤ ਮੈਲ ਭਰੀ ਜਹ ਜੀਓ। ਸਤ ਸੰਗ ਤੋਂ ਬਿਨਾ ਕਹਿੰਦੇ ਅੰਦਰ ਮੈਲ ਭਰੀ ਰਹਿਣੀ ਆ ਤੇ ਸੰਗਤ ਵਿੱਚ ਆਉਣ ਵਾਸਤੇ ਵੀ ਭਾਗ ਚਾਹੀਦੇ ਆ। ਨਿਮਰਤਾ ਵਾਲਾ ਜੀਵਨ ਬਣਾ ਕੇ ਗੁਰਮੁਖਾਂ ਦੀ ਸੰਗਤ ਵਿੱਚ ਬੈਠਣ ਵਾਸਤੇ ਵੀ ਵੱਡੇ ਭਾਗ ਚਾਹੀਦੇ ਆ। ਤੇ ਕਬੀਰ ਸਾਹਿਬ ਜੀ ਨੇ ਵੀ ਇਹ ਗੱਲ ਕਹੀ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਆ ਨਾ, ਕਹਿੰਦੇ ਮਸਤਕ ਲੱਗੈ ਸਾਧ ਰੇਣ। ਗੁਰਮੁਖਾਂ ਦੀ ਰੇਣ ਧੂੜੀ ਮਸਤਕ ਤੇ ਲੱਗਦੀ ਰਹੇ, ਮੈਂ ਆਪਣੀ ਖੱਲ ਦੀ ਜੁੱਤੀ ਬਣਾ ਕੇ ਉਹਨਾਂ ਦੇ ਪੈਰੀ ਪਵਾਵਾਂ ਤੇ ਉਹ ਹੰਡਾਉਣ। ਤੇ ਕਬੀਰ ਸਾਹਿਬ ਕਹਿੰਦੇ ਕਬੀਰ ਸੁਪਨੇ ਹੂੰ ਬੁਰੜਾਏ ਕੈ, ਜੈ ਮੁਖ ਨਿਕਸੈ ਰਾਮ। ਜਿਨ੍ਹਾਂ ਨੇ ਜਾਗਦਿਆਂ ਬੰਦਗੀ ਕੀਤੀ, ਨਿਤਨੇਮ ਕੀਤਾ, ਪਾਠ ਕੀਤਾ, ਸਿਮਰਨ ਕੀਤਾ, ਉਹ ਰਾਤ ਨੂੰ ਜਦੋਂ ਸੌਂਦੇ ਆ ਤੇ ਸੁੱਤੇ ਪਿਆਂ ਸੁਪਨੇ ਵਿੱਚ ਵੀ ਸੰਗਤ ਕਰਦੇ ਆ। ਸੁਪਨੇ ਵਿੱਚ ਵੀ ਉਹ ਸੰਗਤ ਕਰਦੇ ਆ, ਸੇਵਾ ਸਿਮਰਨ ਵਿੱਚ ਜੁੜੇ ਹੁੰਦੇ ਆ ਤੇ ਸੁੱਤੇ ਸੁੱਤੇ ਵੀ ਵਾਹਿਗੁਰੂ ਕਹੀ ਜਾਂਦੇ ਆ। ਕਈ ਐਸੇ ਪਿਆਰ ਵਾਲੀਆਂ ਰੰਗ ਰਤੜੀਆਂ ਰੂਹਾਂ ਮਿਲਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਸਾਨੂੰ ਅੱਜ ਸੁੱਤੇ ਘਰ ਸੀ ਪਰ ਪਹੁੰਚ ਗਏ ਅਸੀਂ ਹਰਮੰਦਰ ਸਾਹਿਬ ਦਰਬਾਰ ਸਾਹਿਬ। ਉੱਥੇ ਅਸੀਂ ਸੰਗਤ ਵਿੱਚ ਬੈਠ ਕੇ ਬੜਾ ਆਨੰਦ ਲੈ ਰਹੇ ਸੀ। ਸੁੱਤੇ ਅਸੀਂ ਘਰ ਪਏ ਸੀ, ਸੁਪਨੇ ਵਿੱਚ ਪਹੁੰਚ ਗਏ ਅਸੀਂ ਪਰਮੇਸ਼ਵਰ ਦੇ ਨਾਮ ਦੀ ਰੰਗਤ ਵਿੱਚ ਰੰਗਣ। ਔਰ ਇਸ ਅਸਥਾਨ ਤੇ ਵੀ ਜਿਹੜੀਆਂ ਰੰਗ ਰਤੜੀਆਂ ਰੂਹਾਂ ਜੁੜਦੀਆਂ ਨੇ ਨਾ, ਉਹਨਾਂ ਵਿੱਚੋਂ ਤੁਹਾਡੇ ਵਿੱਚੋਂ ਹੀ ਨੇ ਜਿਹੜੇ ਕਹਿੰਦੇ ਆ ਵੀ ਰਾਤ ਸੁੱਤੇ ਸਾਂ ਪਰ ਸਾਨੂੰ ਇਦਾਂ ਲੱਗਾ ਅਸੀਂ ਗੁਰਦੁਆਰੇ ਆ ਕੇ ਬੈਠ ਗਏ। ਔਰ ਗੁਰਦੁਆਰੇ ਬੈਠ ਕੇ ਅਸੀਂ ਸਾਰਾ ਕੀਰਤਨ ਸੁਣਿਆ, ਅਸੀਂ ਪਾਠ ਸੁਣਿਆ, ਪਰ ਸੁਣਿਆ ਕਿਵੇਂ ਹੈ? ਸੁਪਨੇ ਦੇ ਵਿੱਚ। ਕਈਆਂ ਨੂੰ ਰਾਤ ਸੁੱਤੇ ਪਿਆਂ ਬੁਰੇ ਖਿਆਲ ਆਉਂਦੇ ਨੇ, ਡਰਾਵਣੇ ਖਿਆਲ ਆਉਂਦੇ ਨੇ। ਕਈਆਂ ਨੂੰ ਰਾਤ ਸੁੱਤਿਆਂ ਵੀ ਚਿੰਤਾ ਸਤਾਈ ਜਾਂਦੀ ਹੈ, ਕੀ ਹੋਏਗਾ, ਕੀ ਬਣੇਗਾ, ਕਿੱਦਾਂ ਹੋਏਗਾ। ਦੇਖੋ ਜਿਹੜਾ ਸਾਰੀ ਦਿਹਾੜੀ ਫਿਕਰ ਵਿੱਚ ਚਿੰਤਾ ਵਿੱਚ ਹੀ ਗੁਜ਼ਰਿਆ, ਮਾਇਆਵੀ ਪਦਾਰਥਾਂ ਵਿੱਚ ਗੁਜ਼ਰਿਆ, ਉਹਨੂੰ ਰਾਤ ਸੁਪਨਾ ਵੀ ਮਾਇਆਵੀ ਪਦਾਰਥਾਂ ਦਾ ਆਏਗਾ। ਜਿਹਨੇ ਸਵੇਰ ਤੋਂ ਸ਼ਾਮ ਤੱਕ ਧਿਆਨ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਰੱਖਿਆ ਔਰ ਜਿਹਨੇ ਸੰਗਤ ਕੀਤੀ ਨਾਮ ਦੇ ਰਸੀਆਂ ਦੀ, ਉਹਨੂੰ ਰਾਤ ਨੂੰ ਸੁੱਤੇ ਪਿਆਂ ਵੀ ਸੰਗਤ ਹੀ ਨਜ਼ਰ ਆਏਗੀ। ਉਹ ਰਾਤ ਨੂੰ ਸੁੱਤੇ ਪਿਆਂ ਵੀ ਸੁੱਤਾ ਹੋਏਗਾ ਪਰ ਉਹਦੇ ਮੁਖ ਤੋਂ ਵਾਹਿਗੁਰੂ 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 ਜਾਂ ਰਾਮ ਰਾਮ ਅੱਲਾਹ ਇਹ ਨਾਮ ਉਹਦੀ ਰਸਨਾ ਤੋਂ ਨਿਕਲੇਗਾ। ਤੇ ਕਬੀਰ ਜੀ ਕਹਿੰਦੇ ਆ ਵੀ ਜਿਹਦੇ ਮੁਖ ਤੋਂ
ਮਾਇਆਵੀ ਪਦਾਰਥਾਂ ਦੇ ਬੋਲ ਸੁੱਤੇ ਪਿਆਂ ਨਿਕਲਣ, ਜਿਨ੍ਹਾਂ ਦੇ ਮੁਖ ਤੋਂ ਚਿੰਤਾਵਾਂ ਵਾਲੇ ਫਿਕਰ ਵਾਲੇ ਬੋਲ ਸੁੱਤੇ ਪਿਆਂ ਨਿਕਲਣ, ਕੀ ਹੋਏਗਾ, ਕਿੱਦਾਂ ਹੋਏਗਾ, ਆ ਨਾ ਹੋ ਜਾਏ, ਉਹ ਨਾ, ਉਹਨਾਂ ਦੀ ਗੱਲ ਨਹੀਂ ਕੀਤੀ। ਕਬੀਰ ਸਾਹਿਬ ਕਹਿੰਦੇ ਮੈਂ ਗੱਲ ਉਹਨਾਂ ਦੀ ਕਰਦਾ ਜਿਹੜੇ ਸੁੱਤੇ ਪਿਆਂ ਵੀ ਰੱਬ ਨੂੰ ਚੇਤੇ ਕਰਦੇ ਆ। ਜਿਹੜੇ ਸੁੱਤੇ ਪਏ ਨੇ ਤੇ ਸੁੱਤੇ ਵੀ ਵਾਹਿਗੁਰੂ ਵਾਹਿਗੁਰੂ ਬਰੜਾਈ ਜਾਂਦੇ ਆ, ਉਹ ਭਾਗਾਂ ਵਾਲੇ ਨੇ, ਕਿਉਂਕਿ ਉਹ ਸਾਰੇ ਨਹੀਂ ਹੁੰਦੇ, ਉਹ ਵਿਰਲੇ ਵਿਰਲੇ ਹੁੰਦੇ ਆ। ਕਬੀਰ ਸੁਪਨੇ ਹੋਂ ਬਰੜਾਏ ਕਹਿ, ਜੈ ਮੁਖ ਨਿਕਸੈ ਰਾਮ, ਤਾਂ ਕੇ ਪਗ ਕੀ ਪੰਨ ਹੀ ਮੇਰੇ ਤਨ ਕੋ ਚਾਮ। ਜਦੋਂ ਅਸੀਂ ਸ਼ਲੋਕ ਪੜ੍ਹਦੇ ਆ ਨਾ ਭਗਤ ਕਬੀਰ ਸਾਹਿਬ ਦੇ, ਤੇ 63 ਨੰਬਰ ਸ਼ਲੋਕ ਹੈ। 63 ਨੰਬਰ ਸ਼ਲੋਕ ਵਿੱਚ ਕਹਿ ਰਹੇ ਆ ਕਬੀਰ ਸਾਹਿਬ, ਕਹਿੰਦੇ ਨੇ ਮੇਰੇ ਤਨ ਦੀ ਜੁੱਤੀ ਬਣਾ ਕੇ ਉਹਦੇ ਪੈਰੀਂ ਪਾ ਦਿਓ, ਤਾਂ ਕਿ ਪੱਗ ਕੀ ਪੰਨ ਹੀ ਜੁੱਤੀ, ਪੱਗ ਪੈਰ, ਉਹਨਾਂ ਦੇ ਪੈਰ ਦੀ ਜੁੱਤੀ ਬਣ ਜਾਵਾਂ ਮੈਂ, ਆਪਣੇ ਤਨ ਦੀ ਬਣਾ ਕੇ ਪਵਾ ਦਿਆਂ। ਜੈ ਮੁਖ ਨਿਕਸੈ ਰਾਮ, ਜਿਹੜੇ ਸੁੱਤੇ ਪਏ ਵੀ ਬੁਰੜਾਉਂਦੇ ਹੋਏ ਪਰਮੇਸ਼ਵਰ ਦਾ ਨਾਮ ਹੀ ਸਿਮਰਦੇ ਨੇ। ਇੱਕ ਨਿਮਰਤਾ ਦੀ ਨਿਸ਼ਾਨੀ ਸੀ। ਤਾਂ ਹਾਲਾਂਕਿ ਇਹ ਨਹੀਂ ਵੀ ਤਨ ਦੀ ਜੁੱਤੀ ਬਣਾ ਕੇ ਪਵਾਈ, ਉਹ ਤੇ ਮਨ ਅੰਦਰ ਕਿੰਨਾ ਕੁ ਨਿਮਰਤਾ ਦੇ ਵਿੱਚ ਹੈ। ਮਨ ਅੰਦਰ ਉਹਨਾਂ ਰੰਗ ਰਤੜੀਆਂ ਰੂਹਾਂ ਦੀ ਕਿੰਨੀ ਕੁ ਧੂੜੀ ਬਣ ਗਿਆ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਆ, ਮੇਰੀ ਖੱਲੋਂ ਮੋਜੜੇ ਗੁਰਸਿੱਖ ਹੰਡਾਉਂਦੇ, ਮਸਤਕ ਲੱਗੈ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ। ਪਰ ਇਹ ਰੇਣ ਉਹਨਾਂ ਦੇ ਮਸਤਕ ਤੇ ਲੱਗਣੀ ਆ ਜਿਨ੍ਹਾਂ ਦੇ ਵੱਡੇ ਭਾਗ ਨੇ। ਆਪਾਂ ਜਿੰਨੇ ਸੰਗਤ ਵਿੱਚ ਬੈਠੇ ਆ, ਇਹ ਸੰਗਤ ਹੀ ਤਾਂ ਰੇਣ ਹੈ, ਇਹੀ ਤਾਂ ਧੂੜੀ ਹੈ। ਜੋ ਸੰਗਤ ਵਿੱਚ ਬੈਠ ਕੇ ਇਹ ਧੂੜੀ ਤੁਸੀਂ ਮਸਤਕ ਤੇ ਲਾ ਰਹੇ ਹੋ, ਤੇ ਤੁਹਾਡੇ ਕੰਨਾਂ ਵਿੱਚ ਰੱਬੀ ਬਾਣੀ ਦੀ ਆਵਾਜ਼ ਪੈ ਰਹੀ ਹੈ, ਤੁਹਾਡੇ ਮੁਖ ਤੋਂ ਰੱਬੀ ਬੋਲ ਨਿਕਲ ਰਹੇ ਆ। ਇਹ ਵੱਡੇ ਭਾਗ ਨੇ, ਕਿਉਂਕਿ ਜਿਹਦੇ ਇਹ ਵੱਡੇ ਭਾਗ ਨਹੀਂ, ਨਾ ਆ ਮਸਤਕ ਤੇ ਰੇਣ ਲੱਗਦੀ ਹੈ, ਨਾ ਉਹ ਸੰਗਤ ਕਰਦੇ ਆ, ਤੇ ਨਾ ਪਰਮੇਸ਼ਵਰ ਦਾ ਨਾਮ ਸਿਮਰਦੇ ਆ। ਉਹ ਤੇ ਦੁਨੀਆ ਦੇ ਰੰਗਾਂ ਵਿੱਚ ਰੰਗੇ ਰਹਿੰਦੇ ਆ, ਔਰ ਸਾਰੀ ਦਿਹਾੜੀ ਉਹਨਾਂ ਦੇ ਮੁਖ ਤੋਂ ਬੋਲ ਵੀ ਦੁਨਿਆਵੀ ਨਿਕਲਦੇ ਆ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅੱਜ ਕਿਰਪਾ ਕੀਤੀ, ਕਹਿੰਦੇ ਭਾਈ ਰੇ ਸੰਤ ਜਨਾਂ ਕੀ ਰੇਣ, ਗੁਰਮੁਖਾਂ ਦੇ ਚਰਨਾਂ ਦੀ ਧੂੜ ਹੋ ਜਾਓ। ਇਹ ਭਾਈ ਦਾ ਅਰਥ ਸਾਰਿਆਂ ਨੂੰ ਕਹਿ ਰਿਹਾ, ਹਰ ਇੱਕ ਮਨੁੱਖ ਨੂੰ, ਹਰ ਇੱਕ ਪ੍ਰਾਣੀ ਨੂੰ ਕਹਿ ਰਿਹਾ ਵੀ ਇਹ ਭਾਈ ਗੁਰਮੁਖਾਂ ਦੇ ਚਰਨਾਂ ਦੀ ਧੂੜ ਬਣ। ਧੂੜ ਬਣਨ ਲਈ ਧੂੜ ਮੰਗ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗਤ ਪਾਏ। ਹੁਣ ਰੇਣ ਕਿਉਂ ਹੋਣਾ? ਕਿਉਂਕਿ ਸਾਡੇ ਵਰਗੇ ਪਾਪੀ ਦਾ ਵੀ ਉਧਾਰ ਹੋ ਜਾਏ। ਜਿਹੜਾ ਮਨ ਅੰਦਰ ਮਲੀਨ ਹੋਇਆ ਪਿਆ ਹੈ, ਉਹ ਮਲੀਨਤਾ ਅੰਦਰੋਂ ਕਿਤੇ ਖਤਮ ਹੋ ਜਾਏ। ਸੰਤ ਸਭਾ ਗੁਰ ਪਾਈਐ, ਮੁਕਤ ਪਦਾਰਥ ਧੇਣ। ਧੇਣ ਦਾ ਅਰਥ ਪਹਿਲਾਂ ਹੀ ਕੀਤਾ ਆਪ ਜੀ ਨਾਲ, ਗਊ, ਕਾਮ ਧੇਨ ਗਊ, ਉਹ ਤਾਂ ਕਿਸੇ ਨੇ ਨਹੀਂ ਵੇਖੀ। ਪਰ ਕਹਿੰਦੇ ਨੇ ਆਹ ਜਿਹੜਾ ਮੁਕਤ ਪਦਾਰਥ ਹੈ ਨਾ, ਕਿਹੜਾ? ਆ ਸੱਚਾ ਨਾਮ। ਨਾਮ ਵੀ ਇੱਕ ਪਦਾਰਥ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਤਤੀ ਤਵੀ ਤੇ ਬਹਿ ਕੇ ਕੀ ਕਹਿੰਦੇ ਆ? ਤੇਰਾ ਕੀਆ ਮੀਠਾ ਲਾਗੈ ਹਰ ਨਾਮ, ਪਦਾਰਥ ਨਾਨਕ ਮੰਗੈ। ਨਾਨਕ ਗੁਰੂ ਅਰਜਨ ਦੇਵ ਜੀ ਨਾਮ ਦਾ ਪਦਾਰਥ ਮੰਗ ਰਹੇ ਨੇ, ਕਿਉਂਕਿ ਇਹ ਗੁਰਬਾਣੀ ਜਿਹੜੀ ਆ, ਇਹ ਭੋਜਨ ਦੇ ਰੂਪ ਵਿੱਚ ਵੀ ਛਕ ਸਕਦੇ ਆ, ਤੇ ਗੁਰਬਾਣੀ ਰਸ ਦੇ ਰੂਪ ਵਿੱਚ ਵੀ ਪੀ ਸਕਦੇ ਆ। ਅਸੀਂ ਇਹਨੂੰ ਭੋਜਨ ਖੁਰਾਕ ਵੀ ਬਣਾ ਸਕਦੇ ਆ, ਔਰ ਇਹਦਾ ਰਸ ਵੀ ਅਸੀਂ ਪੀ ਸਕਦੇ ਹਾਂ। ਇਸ ਲਈ ਇਹ ਉਹ ਪਦਾਰਥ ਹੈ ਜਿਹਨੇ ਸਾਨੂੰ ਮੁਕਤੀ ਦੇਣੀ ਹੈ, ਜਿਹਨੇ ਵਿਕਾਰਾਂ ਤੋਂ ਸਾਨੂੰ ਮੁਕਤ ਕਰਨਾ। ਇਹ ਉਹ ਧੇਨ ਹੈ। ਉਹ ਧੇਨ ਤਾਂ ਨਹੀਂ ਦਿਸਦੀ, ਪਰ ਆਹ ਧੇਨ ਤਾਂ ਦਿਸ ਰਹੀ ਹੈ ਨਾ। ਆਹ ਕਾਮ ਧੇਨ ਗਊ ਦਿਸ ਰਹੀ ਹੈ। ਜਿਹਦੇ ਨਾਮ ਦਾ ਅਭਿਆਸ ਕਰੋਗੇ, ਸਾਰੇ ਬੰਧਨਾਂ ਤੋਂ ਮੁਕਤ ਵੀ ਹੋ ਜਾਓਗੇ, ਇੱਛਾ ਦੀ ਪੂਰਤੀ ਵੀ ਹੋ ਜਾਏਗੀ। ਇਸ ਲਈ ਇਹ ਹੁਣ ਜਿਹੜੀ ਧੇਨ ਹੈ, ਇਹ ਕਿਵੇਂ ਮਿਲੇਗੀ? ਸੰਤ ਸਭਾ ਗੁਰ ਪਾਈਐ।
ਇਹ ਮਿਲੇਗੀ ਗੁਰਮੁਖਾਂ ਦੀ ਆ ਸੰਤ ਸਭਾ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗੁਰੂ ਦੇ ਦੁਆਰਾ ਹੀ ਇਹ ਮੁਕਤ ਪਦਾਰਥ ਜਿਹੜਾ ਹੈ ਇਹ ਤੁਹਾਨੂੰ ਮਿਲੇਗਾ। ਧੇਨ ਦੇ ਰੂਪ ਦੇ ਵਿੱਚ, ਗਊ ਦੇ ਰੂਪ ਵਿੱਚ, ਰੱਬੀ ਬਾਣੀ ਦੇ ਰੂਪ ਵਿੱਚ ਮਿਲੇਗਾ। ਪਰ ਮਿਲੇਗਾ ਕਿਵੇਂ? ਗੁਰੂ ਦੇ ਦੁਆਰੇ ਸੰਤ ਸਭਾ ਵਿੱਚ ਜੁੜ ਕੇ। ਤੇ ਸੰਤ ਸਭਾ ਵਿੱਚ ਵੀ ਜਿਹੜਾ ਜੁੜਨਾ ਹੈ ਉਹ ਆਕੜ ਕੇ ਨਹੀਂ ਜੁੜਨਾ, ਇਹ ਵੀ ਧਿਆਨ ਰੱਖਿਓ। ਜਦੋਂ ਆਪਾਂ ਸੰਗਤ ਵਿੱਚ ਬੈਠਣਾ ਤੇ ਆਕੜ ਕੇ ਜਾਂ ਮਾਣ ਹੰਕਾਰ ਦੇ ਨਾਲ ਨਹੀਂ ਬੈਠਣਾ। ਤਾਂ ਹੀ ਮਹਾਰਾਜ ਜੀ ਕਹਿੰਦੇ ਆ, ਰੇ ਭਾਈ ਰੇ ਸੰਤ ਜਨਾਂ ਕੀ ਰੇਣ। ਜਦੋਂ ਗੁਰਮੁਖਾਂ ਦੀ ਸੰਗਤ ਵਿੱਚ ਬੈਠਣਾ ਤੇ ਰੇਣ ਬਣ ਕੇ ਬੈਠਣਾ, ਧੂੜੀ ਬਣ ਕੇ, ਭਾਵ ਨਿਮਰਤਾ ਦੇ ਵਿੱਚ ਬੈਠਣਾ। ਫਿਰ ਸੰਤ ਸਭਾ ਦੇ ਵਿੱਚ ਗੁਰੂ ਦੇ ਦੁਆਰਾ ਸਾਨੂੰ ਇਹ ਮੁਕਤੀ ਦਾ ਪਦਾਰਥ ਮਿਲਣਾ ਹੈ। ਜਦੋਂ ਅਸੀਂ ਆਪਣੇ ਮਨ ਨੂੰ ਨਿਮਰਤਾ ਦੇ ਵਿੱਚ ਲਿਆਵਾਂਗੇ। ਤੇ ਗੁਰੂ ਸਾਹਿਬ ਕੀ ਕਹਿੰਦੇ ਆ? ਗੁਰੂ ਸਾਹਿਬ ਕਹਿੰਦੇ ਜੇ ਸੰਤ ਸਭਾ ਵਿੱਚ ਬੈਠ ਕੇ ਤੂੰ ਨਾਮ ਦਾ ਰਸ ਲੈਣਾ ਚਾਹੁੰਦਾ, ਪਹਿਲਾਂ ਧੂੜੀ ਬਣਨ ਲਈ ਤਿਆਰ ਹੋ। ਪਹਿਲਾਂ ਮਰਨ ਕਬੂਲ, ਜੀਵਨ ਕੀ ਛਟ ਆਸ, ਹੋ ਸਭਨਾ ਕੀ ਰੇਣੁਕਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਰੇ ਸੰਤ ਜਨਾਂ ਕੀ ਰੇਣ, ਤਾਂ ਅੱਗੋਂ ਬਖਸ਼ਿਸ਼ ਮਿਲਣੀ ਹੈ। ਤੇ ਅੰਦਰ ਬਾਣੀ ਵਿੱਚ ਮਹਾਰਾਜ ਜੀ ਕਹਿੰਦੇ ਆ, ਹੋ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ ਪਾਸ। ਜੇ ਤੂੰ ਇਹ ਚਰਨਾਂ ਦੀ ਧੂੜੀ ਬਣ ਕੇ ਆਵੇਂਗਾ ਫਿਰ ਸੱਚ ਜਾਣੀ ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਕੋਈ ਇੱਛਾ ਤੇਰੀ ਬਾਕੀ ਮਨ ਵਿੱਚ ਰਹਿ ਨਹੀਂ ਜਾਏਗੀ। ਪਰ ਇਸ ਢੰਗ ਨਾਲ ਆਉਣਾ ਕਿਹੜਾ ਸੌਖਾ ਹੈ। ਨਿਮਾਣੇ ਹੋ ਕੇ, ਨਿਤਾਣੇ ਹੋ ਕੇ, ਨੇ ਆਸਰੇ ਹੋ ਕੇ ਆਣਾ ਕਿਹੜਾ ਸੌਖਾ ਹੈ। ਬੰਦਾ ਤੇ ਮਾਣ ਨਾਲ ਭਰਿਆ ਹੁੰਦਾ ਹੈ, ਬੰਦਾ ਤੇ ਤਾਣ ਨਾਲ ਭਰਿਆ ਆਉਂਦਾ ਹੈ। ਪਤਾ ਨਹੀਂ ਮਨ 'ਚ ਕਿੰਨਿਆਂ ਦਾ ਆਸਰਾ ਰੱਖ ਕੇ ਆਉਂਦਾ ਹੈ। ਪਰ ਗੱਲ ਤਾਂ ਨਿਮਾਣੇ, ਨਿਤਾਣੇ ਤੇ ਨੇ ਆਸਰੇ ਹੋ ਕੇ ਬਣਨੀ ਹੈ। ਤੇ ਉਹਦੇ ਵਾਸਤੇ ਸੰਤ ਜਨਾਂ ਕੀ ਰੇਣ ਬਣਨਾ ਪੈਣਾ ਹੈ। ਇਸ ਲਈ ਕਹਿੰਦੇ ਸੰਤ ਸਭਾ ਗੁਰ ਪਾਈਐ। ਸੰਤ ਸਭਾ ਗੁਰਮੁਖਾਂ ਦੀ ਸੰਗਤ ਵਿੱਚ ਗੁਰੂ ਦੇ ਦੁਆਰਾ ਪਾਈਐ। ਕੀ ਪਾਉਣਾ ਹੈ? ਮੁਕਤ ਪਦਾਰਥ ਧੇਣ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ। ਪਰਮੇਸ਼ਵਰ ਜਿਹੜਾ ਹੈ ਉਹ ਤੁਹਾਨੂੰ ਮੁਕਤੀ ਦਾ ਪਦਾਰਥ ਦੇਣ ਵਾਲਾ, ਉਹ ਨਾਮ ਤੁਹਾਨੂੰ ਗੁਰੂ ਦੇ ਰਾਹੀਂ ਸੰਤ ਸਭਾ ਵਿੱਚ ਜੁੜਿਆ ਪ੍ਰਾਪਤ ਹੋਵੇਗਾ। ਇਹ ਕੇਂਦਰੀ ਭਾਵ ਹੈ ਰਹਾਉ ਵਾਲੀ ਪੰਕਤੀ ਵਿੱਚ, ਜੋ ਧੰਨ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ। ਤਾਤ ਮਿਲੈ ਪੁਨ ਤਾਤ ਕੋ, ਸਿਫਤੀ ਸਿਫਤ ਸਮਾਏ। ਲਾਲ ਗੁਲਾਲ ਗਹਿਬਰਾ, ਸੱਚਾ ਰੰਗ ਚੜਾਓ। ਸੱਚ ਮਿਲੈ ਸੰਤੋਖੀਆ, ਹਰ ਜਪ ਏਕੈ ਪਾਏ। ਸ਼ਬਦ ਦੀ ਆਰੰਭਤਾ ਗੁਰੂ ਨਾਨਕ ਸਾਹਿਬ ਜੀ ਕਰਦੇ ਆ। ਸਾਹਿਬ ਜੀ ਕਹਿੰਦੇ ਜਿਵੇਂ ਕੋਈ ਧਾਤ ਹੈ, ਧਾਤ ਮੰਨ ਲਓ ਵੀ ਸੋਨਾ ਹੈ, ਗੋਲਡ, ਉਹਦੇ ਜਿਹੜੇ ਵੱਖ-ਵੱਖ ਗਹਿਣੇ ਬਣੇ ਹੋਏ ਨੇ। ਕੋਈ ਪੈਰਾਂ 'ਚ ਪਾਉਣ ਵਾਲਾ, ਕੋਈ ਗਲ ਵਿੱਚ ਪਾਉਣ ਵਾਲਾ, ਕੋਈ ਹੱਥ ਵਿੱਚ, ਕੋਈ ਕੰਨਾਂ ਵਿੱਚ ਪਾਉਣ ਵਾਲਾ। ਸੋਨੇ ਦੀ ਧਾਤ ਦੇ ਗਹਿਣੇ ਬਣੇ ਨੇ। ਪਰ ਜਦੋਂ ਉਹਨੂੰ ਤੁਸੀਂ ਢਾਲ ਦਿਓਗੇ ਕੀ ਹੋਏਗਾ? ਉਹ ਸੋਨੇ ਦੀ ਧਾਤ ਜਿਹੜੀ ਹੈ ਸੋਨੇ ਦੀ ਧਾਤ ਵਿੱਚ ਰਲ ਜਾਏਗੀ। ਇਸੇ ਤਰ੍ਹਾਂ ਚਾਂਦੀ ਦੇ, ਜਦੋਂ ਚਾਂਦੀ ਨੂੰ ਢਾਲ ਦਿਓਗੇ ਤੇ ਉਹ ਧਾਤ, ਚਾਂਦੀ ਦੀ ਧਾਤ ਜਿਹੜੀ ਹੈ, ਉਹ ਗਹਿਣੇ ਜਿਹੜੇ ਚਾਂਦੀ ਧਾਤ ਦੇ ਸਨ, ਉਹ ਜਦੋਂ ਢਲ ਗਏ ਤੇ ਇੱਕਮਿਕ ਹੋ ਗਏ। ਇਸੇ ਤਰ੍ਹਾਂ ਕਹਿੰਦੇ ਜਦੋਂ ਤੁਸੀਂ ਸੱਚੇ ਦੀ ਸਿਫਤ ਵਿੱਚ ਜੁੜੋਗੇ। ਆਤਮਾ ਕਿਹਦੀ ਧਾਤ ਹੈ? ਜਿਹੜੀ ਸਾਡੀ ਆਤਮਾ ਹੈ ਇਹ ਕਿਹਦੀ ਧਾਤ ਹੈ? ਇਹ ਪਰਮਾਤਮਾ ਦੀ ਧਾਤ ਹੈ। ਆਤਮਾ ਨੇ ਪਰਮਾਤਮਾ ਵਿੱਚ ਹੀ ਲੀਨ ਹੋਣਾ ਹੈ। ਕਿਉਂਕਿ ਇਹ ਸਰੀਰ ਜਿਹੜਾ ਬਣਿਆ ਪੰਜ ਤੱਤਾਂ ਦਾ, ਇਹ ਤੇ ਮਿੱਟੀ ਨੇ ਮਿੱਟੀ 'ਚ ਰਲ ਜਾਣਾ, ਪਾਣੀ ਨੇ ਪਾਣੀ, ਹਵਾ ਨੇ ਹਵਾ ਦੇ ਵਿੱਚ।
पर आत्मा किथे लीन होएगी? आत्मा ने परमात्मा विच, रब्बी जोत ने रब्बी जोत विच ही लीन होना है। रब्बी जोत ने रब्बी जोत विच ही समाउणा है। इसलिए उहदी सिफत करो जिहदे विच इस धात ने मिलना है। उहदी सिफत विच लगे हुए हैं, ताई ये धात विच धात मिलदी नहीं। आत्मा परमात्मा एक नहीं हो रहा, भटक रहे हैं असीं। आवा गवन जम्मण मरण दा दुख गल पिया होया है साडे, क्योंकि असीं सिफत करनी किहदी है? कर किसे दी रहे हैं। इसलिए सानू समझाया महाराज जी कहते धात मिलै पुन धात को। जिवें एक धात जिहड़ी है वो धात विच जाके मिल जाती है, भावें वो हुण सोने की धात सोने विच ही मिलनी है, चांदी की धात ने चांदी विच ही मिलना जाके, तांबे ने तांबे दे विच ही जाके रलना है। इसलिए कह रहे हैं कि जिहड़ी रब्बी जोत है, इस रब्बी जोत ने रब्बी जोत विच ही जाके लीन होना है। धात मिलै पुन धात को, सिफती सिफत समाए। इसे तरह तू भी ओदी सिफत कर, जिहदी सिफत करन नाल उस ये जिहड़ी रब्बी जोत है ये रब्बी जोत विच समा जाए। आत्मा परमात्मा विच समा जाए, परम आत्मा विच समा जाए। पानी ने पानी दे विच ही लीन होना है, मिट्टी ने मिट्टी दे विच ही लीन होना है। जिन्ने भी रंग ने वो रंग, जिवें लाल रंग है वो लाल रंग विच ही घुले मिलेगा, पीला पीले रंग विच ही घुले मिलेगा। जे दो रंग वख-वख होणगे ते मिलाओगे तीजा होर बन जाएगा। जे आपां कोई दो रंग मिलावांगे वखरे वखरे, वो आपस विच घुलण मिलणगे नहीं, सगों दो रंगां दे मेल नाल तीजा रंग होर बन जाएगा। इसलिए साहब कहंदे आ जिहड़ी रब्बी जोत है ना, सब में जोत जोत है सोए। हर जियो गुफा अंदर रख के वाजा पवन बजाया। हर हरि ने जियो जिहड़ा है ना जिंद, आ रब्बी जोत गुफा अंदर रख के, आ गुफा है शरीर। इस शरीर दे गहरे हिरदे दे अंदर इस रब्बी जोत नूं रख के ये शरीर दा वाजा वजाया है। हर जियो गुफा अंदर रख के वाजा पवन वजाया। ये हवा दे नाल वाजा जिहड़ा वज रहा है, पर अंदर रब्बी जोत रख के। इसलिए कह रहे ने सिफती, उहदी सिफत करोगे, सिफत समाए, तां सिफत करके उहदे विच समा जाओगे। सानू सिफत किहदी करनी है? होवे सिफत खसम दी। नूर अरसों कुरसों झट्टी है, तुद डिठे सच्चे पातशाह, मल जन्म जन्म दी कटी है। क्योंकि उहदी सिफत करन दे नाल साडे अंदर दी मल कटी जाएगी। जिहड़ा अंदर बुद्धि भ्रिष्ट हो गई है, मन मलीन हो गया, ये अंदरों मनीलता निकल जाएगी। ये अंदरों दी जिहड़ा भ्रिष्ट होना है ये खत्म हो जाएगा अंदरों। जिवें असीं अकाल पुरख वाहिगुरू दी सिफत विच जुड़ांगे, सिफत करन नाल सिफत करदिआं उहदे विच समाया जांदा है। जिवें धात नूं ढाल दईए ते ओह धात दे विच समा जांदी है। जदों तुसीं सिफत करोगे की होएगा? लाल गुलाल गहबरा सच्चा रंग चढ़ाओ। महाराज ने रहाओ वाली पंक्ति च कहा सी, संत जना की रेण ते संत सवा गुर पाईए। जदों तुसीं गुरमुखां दी संगत विच आके सच्चे दी सिफत विच जुड़ोगे तां तुहाडे अंदर कहंदे ने गूढ़ा लाल रंग परमेश्वर दे नाम दा चढ़ जाएगा। जिहड़ा पक्का रंग है, कच्चा रंग नहीं। क्योंकि दो रंगां दा जिक्र गुरबाणी ने कीता है, एक कसुंबा ते एक मजीठा। कसुंबा रंग कच्चा है ते मजीठा पक्का है। जिहड़े आ दुनिया दे विच बैठे होए ने रब बन के, एक कसुंबे रंग वाले ने। कच्ची बाणी जिहड़ी सी वो कसुंबे रंग वाली सी। जिहड़ी सच्ची बाणी दित्ती है मालिक ने, ये मजीठा रंग है। पर इहदे वास्ते सानू अभ्यास करना पएगा, मेहनत करनी पएगी, तां ये रंग गुरु ने त्रुट के चाढ़ना है। वो भी संत सभा विच गुरमुखां दी संगत विच बैठिया। हर नामा हर रंग है,
हर रंग मजीठै रंग गुर तुठै हर रंग चाड़िया फिर बहुल न होवी भंग। कहते गुरु ने त्रुट के जे रंग चाड़ दिता ना फिर ये रंग नहीं जे उतर सकता। शरीर रूपी चोला उतर जाएगा पर तुहाडी आत्मा ते लगा होया नाम दा गूढ़ा रंग नहीं उतर सकता। इसलिए साहब जी कहते ये गूढ़ा लाल रंग है क्योंकि जिदे जिहड़ा अंदरों बंदगी दे नाल जुड़िया होवे ना अंदर जिहदी रूह जुड़ गई है नाम दे नाल उहदे चेहरे दा नूर दस दिंदा है भी इहदे अंदर नाम दी लाली है। उहदे चेहरे दी रंगत दस दिंदी है भी इहदे अंदर नाम दी बख्शिश है क्योंकि ये रंग जिहड़ा ना लाल रंग नाल तुलना दित्ती है नाम दी। लाल रंग तिस को लगा जिसके वड भागा जिहदे भाग वड्डे ने उहनूं ये रंग लगा। पहले तो गुरु द्वारे आके असीं भाग वड्डे करने आ भाव सानू संगत विच पहला निमरता नाल बैठना आवे ओह सबना की रेणका पहला सानू धूड़ी बनना आवे। जदों असीं धूड़ी बनांगे फिर जाके वड्डे भागां नाल ये रंग चढ़ना लाली नाम दी तां अंदर आउणी है। साहब जी कहंदे ने तुसीं उहदी सिफत विच जुड़ोगे तां लाल गुलाल गहबरा ये बड़ा गहरा और बड़ा कहंदे गूढ़ा रंग है परमेश्वर दे नाम दा। ये सच्चा रंग है ये प्यार नाल चढ़ना है ये नफरत नाल नहीं चढ़ना। ये रीसो रीसी रंग नहीं चढ़ना। ये भज दौड़ करके भी एक दूजे तो अगे लंघ जा इदां नहीं ये चढ़ना भी जे उन्हें 10 पाठ कीते है तो मैं 12 करने हैं जे उन्हें 12 कीते है तो मैं 21 करने हैं। ये भज दौड़ नाल नहीं ये एक दूजे तो अगे लंघण नाल रंग नहीं चढ़ना। ये रंग चढ़ना है सहज सुभाए भाव की निमरता प्यार विच आके रंग चढ़ना है। इसलिए बाणी थोड़ी पढ़ो पर पढ़ो प्यार नाल। जिन्ना भी बाणी दा अभ्यास करो कालेपन विच नहीं। जिन्ना बाणी का अभ्यास करो प्यार नाल टिक के बाणी का अभ्यास करो ताकि एक एक पंक्ति का शब्द का एक एक पौड़ी का रंग साडे अंदर चढ़ जाए। इसलिए महाराज जी कहते हैं भी आ सच्चा रंग जिहड़ा है जिहड़ा गूढ़ा लाल रंग है ये गूढ़ा रंग जिहड़ा अपने अंदर चढ़ाओ उस मालिक की सिफत करके क्योंकि जदों ये रंग चढ़ेगा तुसी संतोखी हो जाओगे। ये संतोखी नूं रंग चढ़ना है ये लोभी लालची नूं नहीं चढ़ना। जिहड़े लोभ लालच दे वस पए ने ये रंग नहीं उन्हां उत्ते चढ़ना। ये रंग चढ़ना है संतोखियां अंदर जिन्हां अंदर सबर है जिन्हां अंदर संतोख है। साहब जी की कह रहे ने कहंदे ने सच मिलै संतोखिया। सच किनू मिलना है? सच कौन है? आद सच जुगाद सच है भी सच नानक होसी भी सच। सच कौन है? परमेश्वर। कहंदे सच परमेश्वर किन्हां नूं मिलेगा? संतोखी आ जिहड़े अंदरों सबर ते संतोख नाल भरे आ जिन्हां दा मन अंदर संतुष्ट होके शांत हो गया। इसलिए तुसीं की करो लाल गुलाल गहबरा सच्चा रंग चढ़ाओ। ये रंग अंदर चढ़ाउण दा यतन करो ताकि मन अंदर सबर संतोख आवे। जदों संतोख आएगा फिर सच मिले फिर सच परमेश्वर मिलेगा। हर जप एक है भाए। इसलिए साहब जी कहते हे भाई तू हरि परमेश्वर नूं जपिया कर। एक है एक अकाल पुरख नूं भाए प्रेम दे नाल। भाए दा अर्थ है प्रेम दे विच प्रेम नाल तू ओदा रस लै ओदी सिफत कर ओदे नाम रंग दे विच रंगना कर। तेरे अंदर संतोख आएगा सच मिले तैनूं सच परमेश्वर दी प्राप्ति हो जावेगी। उच्चो थान सुहावड़ा ऊपर महल मुरार सच करनी दे पाई दर घर महल प्यार
ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ, ਸੱਚ ਮਿਲੇ, ਉਹ ਜਿਹਨੇ ਸੱਚ ਨੇ ਮਿਲਣਾ ਨਾ, ਉਹ ਸੱਚ ਕੀ ਹੈ? ਉੱਚੋ ਥਾਨ ਸੁਹਾਵਣਾ। ਉਹਦਾ ਜਿਹੜਾ ਥਾਂ ਹੈ ਨਾ, ਬੜਾ ਹੀ ਉੱਚਾ ਹੈ। ਔਰ ਜਿਸ ਥਾਂ ਤੇ ਉਹ ਬਿਰਾਜਮਾਨ ਹੈ, ਸੁਹਾਵਣਾ, ਉਹ ਅਤੀ ਸੁੰਦਰ ਹੈ। ਉਹਦੀ ਸੁੰਦਰਤਾ ਦਾ ਜਿਹੜਾ ਉਹ ਥਾਂ ਦਾ, ਉਹਦੀ ਸੁੰਦਰਤਾ ਦਾ ਜਿਹੜਾ ਆਪਣੀ ਰਸਨਾ ਤੋਂ ਬਿਆਨ ਕਰਕੇ ਦੱਸਿਆ ਹੀ ਨਹੀਂ ਜਾ ਸਕਦਾ। ਉਹ ਕਿੰਨਾ ਕੁ ਸੁੰਦਰ ਹੈ, ਉਹ ਥਾਂ ਕਿੰਨਾ ਕੁ ਸੁਹਾਵਣਾ ਹੈ, ਇਹ ਦੱਸਿਆ ਹੀ ਨਹੀਂ ਜਾ ਸਕਦਾ। ਔਰ ਦੂਜੀ ਗੱਲ ਹੈਰਾਨੀ ਵਾਲੀ ਇਹ ਹੈ ਕਿ ਇਹ ਥਾਂ ਹੈ ਹੀ ਸਾਡੇ ਅੰਦਰ ਹੈ, ਇਹ ਥਾਂ ਬਾਹਰ ਵੀ ਨਹੀਂ ਕਿਤੇ। ਸਾਡੇ ਅੰਦਰ ਉਹ ਥਾਂ ਬੜੀ ਸੁਹਾਵਣੀ ਹੈ। ਅਸੀਂ ਉਹ ਸੁਹਾਵਣੇਪਨ ਦਾ ਨਜ਼ਾਰਾ ਨਹੀਂ ਲੈ ਪਾ ਰਹੇ, ਉਹਦਾ ਆਨੰਦ ਨਹੀਂ ਲੈ ਪਾ ਰਹੇ, ਕਿਉਂਕਿ ਸਾਡੀ ਸੁਰਤ ਹਜੇ ਉੱਥੇ ਤੱਕ ਗਈ ਕੋਈ ਨਹੀਂ। ਮਨ ਮਲੀਨ ਹੋਇਆ ਪਿਆ, ਮਨ ਵਿੱਚ ਗੰਦਗੀ ਭਰੀ ਪਈ ਹੈ, ਇਸ ਲਈ ਅਸੀਂ ਉਹ ਗੰਦਗੀ ਵਿੱਚ ਹੀ ਸੁਰਤ ਅਟਕ ਕੇ ਰਹਿ ਗਈ। ਅਤ ਸੁਹਾਵਣਾ ਥਾਂ ਅੰਦਰ ਹਿਰਦੇ ਵਿੱਚ ਬਣਿਆ, ਸੁਰਤ ਉੱਥੇ ਤੱਕ ਜਾ ਹੀ ਕੋਈ ਨਹੀਂ ਰਹੀ। ਇਸ ਲਈ ਸਾਹਿਬ ਕਹਿੰਦੇ ਉਹ ਜਿੱਥੇ ਸੱਚ ਨੇ ਮਿਲਣਾ ਹੈ ਨਾ ਸੰਤੋਖੀਆਂ ਨੂੰ, ਉਹ ਜਿੱਥੇ ਹੈ ਬਿਰਾਜਮਾਨ ਮੌਜੂਦ ਹੈ। ਜਿੱਥੇ ਅਸੀਂ ਕਹਿੰਦੇ ਹਾਂ ਘਟ ਘਟ ਮੈਂ ਹਰ ਜੂ ਵਸੈ, ਉਹ ਹਰ ਇੱਕ ਦੇ ਹਿਰਦੇ ਵਿੱਚ ਵਸਦਾ ਹੈ। ਕਬੀਰ ਸਾਹਿਬ ਜੀ ਨੇ ਜਿਹਨੂੰ ਕਿਹਾ ਸੀ ਕਿ ਜਿਹਦੇ ਕਰਕੇ ਤੂੰ ਬਾਂਗ ਦੇਣਾ ਪਿਆ, ਉਹ ਤੇ ਤੇਰੇ ਦਿਲ ਦੇ ਭੀਤਰ ਬੈਠਾ ਹੋਇਆ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਕਹਿੰਦੇ ਉਹ ਥਾਂ ਬੜਾ ਹੀ ਉੱਚਾ ਹੈ, ਭਾਵ ਕਿ ਇਸ ਮਾਇਆਵੀ ਰੰਗਾਂ ਤੋਂ ਨਿਰਲੇਪ ਹੈ। ਇਹ ਤ੍ਰੈ ਗੁਣੀ ਮਾਇਆ ਤੋਂ ਉੱਚਾ ਹੈ ਉਹ ਥਾਂ, ਬੜਾ ਹੀ ਸੁਹਾਵਣਾ ਹੈ। ਉਪਰ ਮਹਿਲ ਮੁਰਾਰ, ਜਿਸ ਥਾਂ ਤੇ ਉਹ ਸੁੰਦਰ ਪਰਮੇਸ਼ਵਰ ਜਿਹੜਾ ਥਾਂ ਹੈ ਨਾ, ਥਾਂ ਜ਼ਮੀਨ ਕਹਿੰਦੇ ਆ, ਉਸ ਜ਼ਮੀਨ ਦੇ ਉੱਪਰ ਕੀ ਹੈ? ਮਹਿਲ ਮੁਰਾਰ, ਉਹਦਾ ਇੱਕ ਮਹਿਲ ਬਣਿਆ ਹੋਇਆ ਹੈ। ਔਰ ਉਸ ਮਹਿਲ ਵਿੱਚ ਉਹ ਮੁਰਾਰੀ ਬੈਠਾ ਹੋਇਆ ਹੈ। ਮੁਰਾਰੀ ਦਾ ਅਰਥ ਪਰਮੇਸ਼ਵਰ। ਉਹ ਪਰਮੇਸ਼ਵਰ ਬੈਠਾ ਹੋਇਆ ਜਿਹੜਾ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈ, ਜਿਹੜਾ ਭੈੜੀ ਮੱਤ ਦਾ ਨਾਸ਼ ਕਰਨ ਵਾਲਾ ਹੈ, ਜਿਹੜੇ ਕਾਮ ਕ੍ਰੋਧ ਲੋਭ ਮੋਹ ਵਰਗੇ ਦੁਸ਼ਟ ਦਾ ਨਾਸ਼ ਕਰਨ ਵਾਲਾ। ਦੇਖੋ ਸਾਡੀ ਪੁਕਾਰ ਅੰਦਰ ਜਾਏਗੀ ਤਾਂ ਹੀ ਦੁਸ਼ਟ ਦਾ ਨਾਸ਼ ਹੋਏਗਾ ਨਾ। ਅਸੀਂ ਪੁਕਾਰ ਅੰਦਰ ਹੀ ਕਰਨੀ ਹੈ, ਅਸੀਂ ਪੁਕਾਰ ਬਾਹਰ ਨਹੀਂ ਕਰਨੀ, ਕਿਉਂਕਿ ਮੁਖ ਤੋਂ ਬੋਲਣ ਤੋਂ ਬਿਨਾਂ ਹੀ ਉਹ ਅੰਦਰ ਦੀ ਗੱਲ ਨੂੰ ਸਮਝਦਾ ਹੈ। ਜਿਵੇਂ ਅੰਮ੍ਰਿਤ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਨਿਤ ਦਾ ਨੇਮ ਕਰਦਿਆਂ ਹੋਇਆਂ, ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਤੇ ਜਦੋਂ ਅਸੀਂ ਆਪਣੇ ਹੀ ਹਿਰਦੇ ਵਿੱਚ ਉਹਨੂੰ ਮਹਿਸੂਸ ਕਰਕੇ ਬੇਨਤੀ ਕਰਾਂਗੇ, ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੈ ਲਿਓ ਉਬਾਰੀ, ਸਰਬ ਠੌਰ ਮੋਹ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਤੇ ਜਦੋਂ ਉਹ ਦੁਸ਼ਟ ਦੋਖੀਆਂ ਤੋਂ ਬਚਾਏਗਾ, ਉਦੋਂ ਉਹ ਮੁਰਾਰੀ ਬਣ ਜਾਏਗਾ, ਉਦੋਂ ਉਹਦਾ ਨਾਮ ਮੁਰਾਰੀ ਹੈ। ਕਹਿੰਦੇ ਨੇ ਉਹ ਜਿਹੜਾ ਮੁਰਾਰੀ ਹੈ ਨਾ, ਮੁਰਾਰੀ ਕਿਉਂ ਕਹਿ ਰਹੇ ਹਾਂ? ਉਚਾਰਨ ਵਿੱਚ ਤਾਂ ਮੁਰਾਰ ਹੈ, ਪਰ ਮੁਰਾਰੀ ਕਿਉਂ ਕਹਿ ਰਹੇ ਹਾਂ? ਕਿਉਂਕਿ ਰਾਰੇ ਨੂੰ ਸਿਹਾਰੀ ਲੱਗੀ ਹੋਈ ਹੈ। ਜਿਵੇਂ ਮੁਕਤ ਦੇ ਤੀਸਰਾ ਅੱਖਰ ਤੱਤੇ ਨੂੰ ਸਿਹਾਰੀ ਲੱਗੀ ਹੈ, ਤੇ ਮੁਕਤੀ ਮੂਰਤ ਦੇ ਤੀਸਰੇ ਅੱਖਰ ਨੂੰ ਸਿਹਾਰੀ ਲੱਗੀ ਹੈ, ਮੂਰਤੀ। ਇਸੇ ਤਰ੍ਹਾਂ ਇੱਥੇ ਮੁਰਾਰ ਦੇ ਤੀਸਰੇ ਅੱਖਰ ਨੂੰ ਸਿਹਾਰੀ ਲੱਗ ਗਈ, ਮੁਰਾਰੀ। ਉਹ ਜਿਹੜਾ ਮੁਰਾਰੀ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈ, ਕਹਿੰਦੇ ਨੇ ਉਹ ਮੁਰਾਰੀ ਦਾ ਮਹਿਲ ਵੀ ਬੜਾ ਸੁਹਾਵਣਾ ਤੇ ਉੱਚਾ ਹੈ, ਜਿਸ ਥਾਂ ਤੇ ਉਹ ਆਪ ਪਰਮੇਸ਼ਵਰ ਬਿਰਾਜਮਾਨ। ਹੁਣ ਪਾਉਣਾ ਕਿਵੇਂ ਹੈ? ਇਹ ਤੇ ਪਤਾ ਲੱਗ ਗਿਆ, ਉੱਚੋ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ। ਇਹ ਤੇ ਪਤਾ ਲੱਗ ਗਿਆ ਅੰਦਰ ਹੈ ਹਿਰਦੇ ਵਿੱਚ, ਪਰ ਪਾਉਣਾ ਕਿਵੇਂ ਹੈ? ਸਾਹਿਬ ਕਹਿੰਦੇ ਸੱਚ ਕਰਨੀ ਦੇ ਪਾਈ ਹੈ। ਆਪਣੀ ਕਰਨੀ ਉੱਚੀ ਕਰੋ, ਆਪਣੀ ਕਰਨੀ, ਆਪਣਾ ਆਚਰਣ ਸਾਫ਼ ਸੁਥਰਾ ਰੱਖੋ, ਆਪਣਾ ਕਰੈਕਟਰ ਜਿਹੜਾ ਉਹ ਤੁਸੀਂ ਬੇਦਾਗ ਕਰੋ। ਸਾਡੇ ਆਚਰਣ ਤੇ ਸਾਡੇ ਕਰੈਕਟਰ ਤੇ ਕਈ ਤਰ੍ਹਾਂ ਦੇ ਦਾਗ ਧੱਬੇ ਲੱਗੇ ਹੋਏ ਨੇ।
ਅਸੀਂ ਆਪਣੇ ਆਚਰਣ ਨੂੰ, ਆਪਣੇ ਕਰੈਕਟਰ ਨੂੰ ਸਾਫ਼ ਕਰਨਾ ਹੈ, ਆਪਣੇ ਦਾਮਨ ਨੂੰ ਸਾਫ਼ ਕਰਨਾ ਹੈ। ਬਾਹਰੋਂ ਤੇ ਦਾਮਨ ਸਾਫ਼ ਹੋ ਗਿਆ, ਅੰਦਰੋਂ ਨਹੀਂ ਨਾ ਹੋ ਰਿਹਾ। ਬਾਹਰੋਂ ਤਾਂ ਅਸੀਂ ਸਾਫ਼ ਸੁਥਰੇ ਹੋ ਗਏ, ਜਿੰਨੇ ਸਾਫ਼ ਸੁਥਰੇ ਬਾਹਰੋਂ ਆ ਉਨੇ ਹੀ ਅੰਦਰੋਂ ਮੈਲੇ ਵੀ ਆ ਅਸੀਂ। ਇਸ ਲਈ ਸਾਹਿਬ ਜੀ ਕਹਿੰਦੇ ਸੱਚ ਕਰਨੀ ਦੇ ਪਾਈਐ। ਜਦੋਂ ਤੁਸੀਂ ਚੰਗੇ ਕਰਮ ਕਰੋਗੇ, ਚੰਗੀ ਸੋਚ ਰੱਖੋਗੇ, ਚੰਗਾ ਆਚਰਣ ਤੁਸੀਂ ਆਪਣਾ ਅੰਦਰ ਬਣਾਓਗੇ ਸੱਚ ਦੇ ਨਾਲ ਜੋੜ ਕੇ, ਦਰ ਘਰ ਮਹਿਲ ਪਿਆਰ, ਪਿਆਰ ਦੇ ਰਾਰੇ ਨੂੰ ਸਿਹਾਰੀ ਹੈ। ਇੱਥੇ ਅਰਥ ਆਏਗਾ ਪਿਆਰ ਨਾਲ, ਪਿਆਰ ਦੁਆਰਾ। ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਬੋਲ ਕਿੰਨੀ ਵਾਰ ਆਪਾਂ ਦੁਹਰਾ ਚੁੱਕੇ ਹਾਂ ਕਿ ਇੱਕੋ ਹੀ ਤਰੀਕਾ ਹੈ ਸੱਚ ਨੂੰ ਪਾਉਣ ਦਾ, ਉਹਦੇ ਰੰਗ ਵਿੱਚ ਰੰਗਣ ਦਾ, ਉਹਨੂੰ ਪ੍ਰਾਪਤ ਕਰਨ ਦਾ। ਇੱਕੋ ਹੀ ਤਰੀਕਾ ਹੈ, ਸਾਚ ਕਹੋ ਸੁਣ ਲਿਓ ਸਭੈ। ਸਾਰੀ ਦੁਨੀਆ ਵਿੱਚ ਵਸਦੇ ਹੋਏ ਲੋਕ ਨੂੰ ਕਹਿ ਰਿਹਾ ਸੁਣ ਲਓ। ਮੈਂ ਕਿਸੇ ਇੱਕ ਨੂੰ ਵੱਖ ਕਰਕੇ ਨਹੀਂ ਕਹਿ ਰਿਹਾ, ਮੈਂ ਸਾਰੇ ਧਰਮਾਂ ਵਰਗਾਂ ਦੇ ਲੋਕਾਂ ਨੂੰ ਕਹਿ ਰਿਹਾ, ਜੇ ਰੱਬ ਨੂੰ ਪਾਉਣਾ ਚਾਹੁੰਦੇ ਹੋ ਤੇ ਸਾਰੇ ਧਿਆਨ ਲਾ ਕੇ ਸੁਣ ਲਓ। ਇੱਕੋ ਹੀ ਤਰੀਕਾ ਹੈ। ਅਸੀਂ ਤਰੀਕੇ ਹਜ਼ਾਰਾਂ ਬਣਾ ਲਏ, ਹਜ਼ਾਰਾਂ ਤਰੀਕਿਆਂ ਵਿੱਚ ਫਿਰ ਨਹੀਂ ਰੱਬ ਮਿਲਿਆ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਥੇ ਕਹਿੰਦੇ ਪਿਆਰ, ਪਿਆਰ ਦੇ ਨਾਲ ਸੱਚ ਕਰਨੀ ਦੇ ਪਾਈਐ। ਦਰ ਘਰ, ਦਰ ਕੀ ਹੈ? ਆ ਸਰੀਰ ਦਾ ਬਾਹਰੀ ਹਿੱਸਾ, ਘਰ ਕੀ ਹੈ? ਸਰੀਰ ਦਾ ਅੰਦਰਲਾ ਹਿੱਸਾ, ਮਹਲ ਕੀ ਹੈ? ਜਿੱਥੇ ਉਹ ਬੈਠਾ ਹੋਇਆ ਹੈ। ਦਰ, ਇੱਕ ਦਰ ਪਰਮੇਸ਼ਵਰ ਦਾ ਜਿਹੜਾ ਆਪਾਂ ਰੋਜ਼ ਪੁੱਛਦੇ ਹਾਂ, ਸੋ ਦਰ ਕਿਹਾ ਸੋ ਘਰ ਕਿਹਾ। ਇੱਕ ਆਹ ਦਰ ਹੈ, ਆ ਦਰਵਾਜ਼ੇ ਹੀ ਨੇ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਉਹ ਜਿਹੜਾ 10ਵਾਂ ਗੁਪਤ ਹੈ ਉਹ ਮਹਿਲ ਹੈ ਜਿਹਦੇ ਵਿੱਚ ਬੈਠਾ ਉਹ। 9 ਦੁਆਰੇ ਪ੍ਰਗਟ ਕੀਏ, ਆ ਅੱਖਾਂ ਦਰਵਾਜ਼ੇ ਖੁੱਲੇ ਹੀ ਨੇ, ਕੰਨ ਦਰਵਾਜ਼ੇ ਖੁੱਲੇ ਹੀ ਨੇ, ਆ ਮੁੱਖ ਦਰਵਾਜ਼ਾ ਖੁੱਲ੍ਹਾ ਹੀ ਹੈ। ਇਹਦੇ ਰਾਹੀਂ ਅਸੀਂ ਬਾਣੀ ਨੂੰ ਅੰਦਰ ਲਿਜਾ ਕੇ ਆਪਣੇ ਆਚਰਣ ਨੂੰ ਸਾਫ਼ ਕਰਨਾ ਹੈ। ਅੱਖਾਂ ਰਾਹੀਂ ਬਾਣੀ ਪੜ੍ਹ ਕੇ ਅਸੀਂ ਅੰਦਰ ਦੇ ਆਚਰਣ ਨੂੰ ਸਾਫ਼ ਕਰਨਾ ਹੈ। ਕੰਨਾਂ ਰਾਹੀਂ ਬਾਣੀ ਨੂੰ ਸੁਣ ਕੇ ਅਸੀਂ ਆਪਣੀ ਕਰਨੀ ਚੰਗੀ ਕਰਨੀ ਹੈ। ਮੁੱਖ ਤੋਂ ਬਾਣੀ ਅੰਦਰ, ਆ ਦਰਵਾਜ਼ਾ ਹੀ ਹੈ ਨਾ ਦਰ, ਇਸ ਦਰ ਤੋਂ ਗੁਰਬਾਣੀ ਦਾ ਰਸ ਅੰਦਰ ਲਿਜਾ ਕੇ ਅਸੀਂ ਆਪਣਾ ਆਚਰਣ ਸਾਫ਼ ਕਰਨਾ ਹੈ। ਜਿਨ੍ਹਾਂ ਨੇ ਦਰ ਤੇ ਘਰ ਦੇ ਅੰਦਰ ਸੱਚ ਕਰਨੀ, ਸੱਚ ਦੀ ਕਰਨੀ ਜਿਹੜੀ ਸੀ ਆਪਣੀ ਬਣਾ ਲਈ, ਜਿਹਨੇ ਆਪਣੀ ਸੋਚ ਵਿਚਾਰ ਚੰਗੀ ਕਰ ਲਈ, ਸਾਹਿਬ ਜੀ ਕਹਿੰਦੇ ਮਹਿਲ, ਉਹਨੂੰ ਉਹ ਅੰਦਰ ਦਾ ਮਹਿਲ ਮਿਲ ਗਿਆ। ਪਰ ਕਿਵੇਂ? ਪਿਆਰ, ਪਿਆਰ ਦੇ ਨਾਲ, ਪ੍ਰੇਮ ਦੇ ਨਾਲ, ਪ੍ਰੀਤ ਦੇ ਨਾਲ। ਜਿਨ੍ਹਾਂ ਨੇ ਪ੍ਰੀਤ ਪਾਈ ਉਹ ਕਹਿੰਦੇ ਪ੍ਰੀਤ ਵੀ ਕਿੱਦਾਂ ਦੀ ਹੋਵੇ? ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਆਹ ਪਿਆਰ ਦੇ ਨਾਲ ਕਹਿੰਦੇ ਉਹ ਮਹਲ ਵੀ ਜਿਹੜਾ ਸੀ ਮਿਲ ਗਿਆ। ਜਿਵੇਂ ਬਾਣੀ ਵਿੱਚ ਬੜੇ ਸਾਨੂੰ ਹਵਾਲੇ ਦੇ ਕੇ ਸਮਝਾਇਆ ਗਿਆ। ਮਹਾਰਾਜ ਜੀ ਕਹਿੰਦੇ ਸਭ ਕਿਛ ਘਰ ਮੈਂ ਬਾਹਰ ਨਾਹੀ। ਤੇਰੇ ਘਰ ਦੇ ਅੰਦਰ ਹੀ ਉਹ ਮਹਲ ਹੈ, ਜਿੱਥੇ ਉਹ ਪਰਮੇਸ਼ਵਰ ਦਾ ਉੱਚਾ ਥਾਂ, ਉਹ ਸੁਹਾਵਣਾ ਥਾਂ ਹੈ ਜਿੱਥੇ ਉਹ ਬਿਰਾਜਮਾਨ ਹੈ। ਪਰ ਤੂੰ ਕਦੇ ਆਪਣੇ ਅੰਦਰ ਝਾਤ ਮਾਰ ਕੇ ਵੇਖਿਆ ਹੀ ਨਹੀਂ। ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਈ। ਜਿੰਨਾ ਬਾਹਰ ਟੋਲੇਗਾ ਉਨਾ ਭਰਮ ਜ਼ਿਆਦਾ ਪਏਗਾ। ਸੁਰਤ ਇੱਧਰ ਰੱਖੋ, ਥੋੜਾ ਜਿਹਾ ਧਿਆਨ ਵਿਚਾਰ ਵੱਲ ਰੱਖੋ। ਕਹਿੰਦੇ ਜਿੰਨਾ ਤੁਸੀਂ ਜਿਹੜਾ ਉਹ ਅੰਦਰ ਨੂੰ ਟੋਲੋਗੇ, ਤੇ ਟੋਲਣਾ ਕੀ ਸੀ? 2 ਆਪਾਂ ਬਚਨ ਪੜ੍ਹਦੇ ਹਾਂ। ਇੱਕ ਤਾਂ ਮਹਾਰਾਜ ਜੀ ਕਹਿੰਦੇ ਆ, ਰੋਜ਼ ਪੜ੍ਹਦੇ ਆ ਆਪਾਂ, ਖੋਜ ਸ਼ਬਦ ਮੈਂ ਲੈ। ਇੱਕ ਪਾਸੇ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼। ਇੱਕ ਦਿਲ ਵਿੱਚ ਉਹ ਮਹਿਲ ਨੂੰ ਖੋਜਣਾ ਹੈ, ਪਰ ਖੋਜੀਏ ਕਿਵੇਂ? ਰਾਹ 'ਚ ਤਾਂ ਹਨੇਰਾ ਹੀ ਹਨੇਰਾ ਹੈ, ਰਸਤਾ ਤੇ ਦਿਸਦਾ ਕੋਈ ਨਹੀਂ ਪਿਆ, ਚੱਲੀਏ ਕਿਵੇਂ? ਸੁਰਤ ਤਾਂ ਅਟਕ ਕੇ ਰਹਿ ਗਈ, ਕਿਉਂਕਿ ਮਨ ਜਿਹੜਾ ਸੀ ਅਗਿਆਨਤਾ ਦੇ ਘੁੱਪ ਹਨੇਰੇ ਵਿੱਚ, ਉੱਥੇ ਹਨੇਰਾ ਹੀ ਹਨੇਰਾ ਹੈ। ਤੇ ਮਨ ਤੋਂ ਅੱਗੇ ਚੱਲਣਾ ਸੀ, ਰਸਤਾ ਅੱਗੇ ਦਿਸਦਾ ਕੋਈ ਨਹੀਂ ਪਿਆ, ਉੱਥੇ ਹੀ ਰੁਕ ਗਈ ਸਾਡੀ ਸੁਰਤ, ਅੱਗੇ ਅਟਕ ਕੇ ਉੱਥੇ ਹੀ ਅੱਗੇ ਤੁਰ ਨਾ ਪਾਈ। ਤੇ ਸਾਹਿਬ ਕਹਿੰਦੇ ਆ ਫਿਰ ਖੋਜ ਸ਼ਬਦ ਮੈਂ ਲੈ। ਆ ਸ਼ਬਦ ਦੀ ਰੋਸ਼ਨੀ ਲੈ ਤੇ ਬੰਦੇ ਖੋਜ ਦਿਲ ਹਰ ਰੋਜ਼।
ਹਰ ਰੋਜ਼ ਮਿਹਨਤ ਕਰ, ਹਰ ਰੋਜ਼ ਸ਼ਬਦ ਨਾਲ ਮਿਹਨਤ ਕਰ, ਹਰ ਰੋਜ਼ ਇੱਕ ਦਿਨ ਸਫਲ ਹੋ ਜਾਏਗਾ। ਤੇਰੇ ਰਸਤੇ ਦਾ ਹਨੇਰਾ ਦੂਰ ਹੋ ਜਾਏਗਾ, ਤੇਰੇ ਰਸਤੇ ਦਾ ਅਗਿਆਨਤਾ ਦਾ ਹਨੇਰਾ ਕੱਟਿਆ ਜਾਏਗਾ। ਇਹ ਨਹੀਂ ਕਿ ਇੱਕ ਦਿਨ ਸ਼ਬਦ ਦਾ ਅਭਿਆਸ ਕਰ ਲਿਆ, ਹੁਣ ਫਿਰ ਦੇਖਾਂਗੇ ਮਹੀਨੇ 2 ਮਹੀਨੇ ਬਾਅਦ। ਨਹੀਂ, ਸਾਹਿਬ ਕਹਿੰਦੇ ਨਿਤ ਉੱਠ ਕੇ ਸ਼ਬਦ ਦਾ ਅਭਿਆਸ ਕਰ, ਨਿਤ ਇੱਕ ਦਿਨ ਕਾਮਯਾਬ ਹੋ ਜਾਏਗਾ, ਇੱਕ ਦਿਨ ਸਫਲਤਾ ਮਿਲ ਜਾਏਗੀ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜਾ ਦਰ ਹੈ ਨਾ, ਇਹ ਘਰ, ਇਹਦੇ ਵਿੱਚ ਉਹ ਮਹਲ ਹੈ, ਉਸ ਮਹਲ ਦੇ ਵਿੱਚ ਉਹ ਪਰਮੇਸ਼ਵਰ ਦਾ ਵਾਸਾ ਹੈ। ਪਰ ਸੱਚ ਕਰਨੀ ਦੇ ਪਾਈ ਹੈ। ਆਪਣੀ ਕਰਨੀ ਨੂੰ ਜਿਹੜਾ ਚੰਗਾ ਬਣਾ, ਆਪਣੀ ਕਰਨੀ ਜਿਹੜੀ ਆ, ਆਪਣਾ ਆਚਰਣ, ਆਪਣੀ ਸੋਚ, ਆਪਣੀ ਵਿਚਾਰ, ਇਹਨੂੰ ਸੱਚ ਦੇ ਨਾਲ ਜੋੜ ਕੇ ਪਿਆਰ ਦੇ ਨਾਲ ਉਸ ਮਹਲ ਨੂੰ ਪਾਇਆ ਜਾ ਸਕਦਾ ਹੈ। ਗੁਰਮੁਖ ਮਨ ਸਮਝਾਈਐ। ਹੁਣ ਪੁੱਛਿਆ ਵੀ ਇਹ ਸਾਡੇ ਲਈ ਤੇ ਕੰਮ ਸੌਖਾ ਨਹੀਂ। ਜਿਹੜਾ ਤੁਸੀਂ ਕਹਿ ਦਿੱਤਾ ਸੱਚ ਕਰਨੀ ਦੇ ਪਾਈਐ ਦਰ ਕਰ ਮਹਲ ਪਿਆਰ। ਹੁਣ ਸਾਡੇ, ਅਸੀਂ ਮਾਇਆਵੀ ਰੰਗਾਂ ਵਿੱਚ ਰੰਗੇ ਹੋਏ ਆ, ਅਸੀਂ ਅੰਦਰੋਂ ਦੁਸ਼ਟਾਂ ਨਾਲ ਘਿਰੇ ਹੋਏ ਆ, ਅਸੀਂ ਮਾਇਆਧਾਰੀ ਅੱਤ ਅੰਨੇ ਬੋਲੇ ਹੋਏ ਪਏ ਆ, ਤੇ ਸਾਡੇ ਲਈ ਇਹ ਕੰਮ ਸੌਖਾ ਨਹੀਂ ਹੈ। ਕੀ ਕਰੀਏ? ਤੇ ਗੁਰੂ ਸਾਹਿਬ ਜੀ ਕਹਿੰਦੇ ਗੁਰਮੁਖ ਖੱਖੇ ਨੂੰ ਸਿਹਾਰੀ, ਗੁਰੂ ਦੇ ਦੁਆਰਾ ਮਨ ਸਮਝਾਈਐ। ਮਨ ਨੂੰ ਸਮਝਾਉਣ ਦਾ ਯਤਨ ਕਰ। ਜੇ ਤੇਰੇ ਕੋਲੋਂ ਮਨ ਨਹੀਂ ਸਮਝਦਾ ਨਾ, ਫਿਰ ਤੂੰ ਗੁਰੂ ਦੇ ਰਾਹੀਂ ਮਨ ਨੂੰ ਸਮਝਾ। ਗੁਰੂ ਦੇ ਦੁਆਰਾ ਇਹ ਮਨ ਨੂੰ ਜਿਹੜਾ ਇਹ ਸਮਝਾਉਣਾ ਕਰ। ਕਹਿੰਦੇ ਗੁਰਮੁਖ ਮਨ ਸਮਝਾਈਐ। ਕੀ ਸਮਝਾਉਣਾ? ਆਤਮ ਰਾਮ ਵਿਚਾਰ। ਕਿ ਆਤਮਾ ਦਾ ਰਾਮ, ਆਤਮਾ ਦਾ ਪਤੀ, ਆਤਮਾ ਦਾ ਪਧਾਰ, ਆਤਮਾ ਦਾ ਖਸਮ, ਆਤਮਾ ਦਾ ਮਾਲਿਕ, ਕਹਿੰਦੇ ਨੇ ਇੱਕੋ ਹੀ ਹੈ ਉਹ ਪਰਮੇਸ਼ਵਰ ਜਿਹਦੇ ਰੰਗ ਵਿੱਚ ਰੰਗਣਾ ਹੈ। ਇਹ ਗੁਰੂ ਦੇ ਰਾਹੀਂ ਮਨ ਨੂੰ ਸਮਝਾ। ਵਿਚਾਰ ਵਿਚਾਰ ਕਰਕੇ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਸੀ ਆਪਾਂ, ਪਰ ਗੁਰਬਾਣੀ ਦੀ ਵਿਚਾਰ ਨਾਲ ਜੁੜੇ ਨਹੀਂ ਤੇ ਗੁਰੂ ਦੀ ਗੱਲ ਮਨ ਨੂੰ ਸਮਝ ਕੋਈ ਨਹੀਂ ਆਈ। ਵਿਚਾਰ ਨਹੀਂ ਸਮਝਾਉਣਾ ਸੀ ਨਾ। ਕੋਈ ਵੀ ਆਪਾਂ ਕਿਸੇ ਨੂੰ ਸਮਝਾਵਾਂਗੇ ਤੇ ਗੱਲਬਾਤ ਰਾਹੀਂ ਸਮਝਾਵਾਂਗੇ, ਤੇ ਜੇ ਗੱਲਬਾਤ ਕੋਈ ਕਰੇਗਾ ਹੀ ਨਹੀਂ ਤੇ ਫਿਰ ਗੱਲ ਸਮਝਾਉਣ ਵਾਲੀ ਕਿੱਥੇ ਰਹੇਗੀ? ਅਸੀਂ ਬਾਣੀ ਦੀ ਵਿਚਾਰ ਰਾਹੀਂ ਮਨ ਨੂੰ ਸਮਝਾਉਣਾ ਸੀ। ਇਸ ਲਈ ਕਮ ਸੇ ਕਮ ਜਿਹੜੇ ਤੁਸੀਂ ਨਿਤ ਦੇ ਅਭਿਆਸੀ ਹੋ, ਮੁਬਾਰਕ ਹੈ ਤੁਹਾਨੂੰ। ਜਿਨ੍ਹਾਂ ਨੇ ਪੂਰੇ ਦੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਜੀਵਨ ਕਾਲ ਵਿੱਚ ਵਿਚਾਰ ਨੂੰ ਸੁਣਿਆ, ਮੁਬਾਰਕ ਹੈ ਉਹਨਾਂ ਨੂੰ। ਪਰ ਜਿਹੜੇ ਸਿਰਫ ਤੇ ਸਿਰਫ ਹਜੇ ਨਿਤਨੇਮ ਨਾਲ ਹੀ ਜੁੜੇ ਹੋਏ ਨੇ, ਉਹਨਾਂ ਨੂੰ ਬੇਨਤੀ ਹੈ ਕਿ ਜਿੰਨੀ ਨਿਤਨੇਮ ਦੀ ਬਾਣੀ ਨਾਲ ਜੁੜਦੇ ਹੋ ਨਾ, ਕਮ ਸੇ ਕਮ ਉਹਦੀ ਵਿਚਾਰ ਨਾਲ ਵੀ ਜੁੜੋ। ਜਿਹੜੇ ਸਵੇਰੇ ਸ਼ਾਮ ਆਪਾਂ ਨਿਤਨੇਮ ਕਰਦੇ ਆ ਨਾ, ਸਾਨੂੰ ਕਮ ਸੇ ਕਮ ਉਹਦੇ ਅਰਥ ਹੀ ਸਮਝ ਵਿੱਚ ਆ ਜਾਣ। ਜੇ ਉਹਦੇ ਅਰਥ ਵੀ ਤੁਹਾਨੂੰ ਸਮਝ ਵਿੱਚ ਸਵੇਰੇ ਸ਼ਾਮ ਦੀ ਬਾਣੀ ਦੇ ਅਭਿਆਸ ਦੇ ਆ ਗਏ ਨਾ, ਤੇ ਮਨ ਸਮਝ ਜਾਏਗਾ। ਮਨ ਸਮਝ ਆਏ, ਕਿਉਂਕਿ ਬਾਣੀ ਰਾਹੀਂ ਮਨ ਨੂੰ ਤਾਂ ਸਮਝਾਇਆ ਗਿਆ। ਜਦੋਂ ਤੁਸੀਂ ਨਿਤਨੇਮ ਵਿੱਚ ਆਨੰਦ ਸਾਹਿਬ ਦਾ ਪਾਠ ਕਰੋਗੇ ਤੇ ਮਨ ਨੂੰ ਸਮਝਾਓਗੇ ਨਹੀਂ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ, ਤੇਰੇ ਨਾਲੇ ਸਾਥ ਤੇਰਾ ਚੱਲੇ ਨਹੀਂ, ਇਸ ਨਾਲ ਕਿਉਂ ਚਿੱਤ ਲਾਈਐ? ਤੂੰ ਕਿਉਂ ਉਹਦੇ ਨਾਲ ਚਿੱਤ ਲਾ ਕੇ ਬੈਠਾ ਜਿਹਨੇ ਤੇਰੇ ਨਾਲ ਚੱਲਣਾ ਹੀ ਕੋਈ ਨਹੀਂ। ਇਹ ਮਨ ਪਿਆਰਿਆ, ਹੇ ਮੇਰੇ ਪਿਆਰੇ ਮਨ, ਸੱਚ ਦੀ ਸੰਭਾਲ ਕਰ। ਆ ਸੱਚ ਨਾਲ ਜੁੜ ਕੇ ਆਪਣਾ ਆਚਰਣ ਚੰਗਾ ਕਰ। ਇਹ ਮਨ ਚੰਚਲਾ, ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਕਮ ਸੇ ਕਮ ਜਿਹੜਾ ਆਪਾਂ ਨਿਤਨੇਮ ਵਿੱਚ ਪਾਠ ਕਰਦੇ ਆਂ, ਉਹਦੀ ਵਿਚਾਰ, ਸੰਖੇਪ ਵਿਚਾਰੀ ਆਪਣੇ ਦਿਮਾਗ ਵਿੱਚ ਬਿਠਾ ਲਓ। ਸੱਚ ਜਾਣਿਓ, ਉਸ ਵਿਚਾਰ ਨਹੀਂ ਆਤਮ ਰਾਮ ਨਾਲ ਜੋੜ ਦੇਣਾ। ਜਿਹੜਾ ਆਤਮਾ ਦਾ ਰਾਮ ਹੈ, ਆਤਮਾ ਦਾ ਖਸਮ ਪਤੀ ਹੈ, ਉਹਦੇ ਨਾਲ ਸਾਂਝ ਪੈ ਜਾਏਗੀ ਜੇ ਅਸੀਂ ਵਿਚਾਰ ਨਾਲ ਸਾਂਝ ਪਾਵਾਂਗੇ। ਪਰ ਬਾਣੀ ਨੂੰ ਵਿਚਾਰ ਦਾ ਵਿਰਲਾ ਵਿਰਲਾ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਆ, ਇਹਦੇ ਅਰਥ ਸਮਝ ਲਓ। ਇਹ ਮਨ ਮੇਰਿਆ, ਹੁਣ ਮਨ ਨੂੰ ਵਿਚਾਰ ਦੇ ਕੇ ਸਮਝਾਉਣਾ ਸੀ ਨਾ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
हर नाल रहो तू मन मेरे दुख सब विसारना। अंगीकार ओह करे तेरा कारज सब सवारना। किथे बैठा सवारेगा? अंदर बैठ के ही। उन्हें अंदर बैठ के ही सारी खेड बनानी है, क्योंकि सब कुछ घर में बाहर नहीं, बाहर कुछ भी नहीं, सब कुछ घर के अंदर ही है। जो ब्रह्मंडै सोई पिंडै जो खोजै सो पावै। जो ब्रह्मंड विच खोजदे आ उहनूं पिंडे विच खोजण दा यतन करिए, पर किवें? गुरु दे द्वारा, गुरु दे शब्द दे द्वारा। जिवें जिवें शब्द नूं अपने अंदर उतारदे जाओगे तिवें तिवें पड़दे खुलदे जाणगे। जिवें जिवें पड़दे खुलदे जाणगे तिवें तिवें तुहाडा राह क्लीयर हुंदा जाएगा। जिवें जिवें राह क्लीयर होएगा तुहाडी सुरत चलदी चलेगी। पर सुरत ते शब्द नूं मिला के चलना। सुरत ने अपने आप नहीं चलना, शब्द ने खिंच लै पा के लैके जाना। शब्द किदा है? ये बाणी किदी है? धुर की बाणी आई। ते ये धुर की बाणी नूं सुरत नाल जोड़ो, ये बाणी तुहानूं खिंच के धुर तक लै जाएगी। ये धुर तक ले जाएगी, सुरत नहीं चलेगी। वो शब्द ये बाणी ही खिंच के, क्योंकि बाणी ने दी खिंच पैनी आ अंदर धुर तक, ते बाणी ने खिंच के सुरत नूं उत्थे ले जाना। जदों तुहाडी सुरत धुर तक पहुंच गई ते फिर कारज आपे ही रास हो गए। यही ते कारज असीं बनाउणा है जिहड़ा बन नहीं रहा। इसलिए सतगुरु महाराज जी कहते गुरमुख मन समझाईए। गुरु दे राही मन नूं समझाओ। आत्म राम विचार, जिहदे विच आत्मा दे राम दी विचार है। वो राम जिहड़ा सारे जपदे तां हन, पर उहनूं समझ कोई नहीं रहा। राम राम करता सब जग फिरे, राम ना पाया जाए, पाया नहीं जा रहा। गुरु दे राही मन नूं समझाओ, समझा के उस आत्म राम दी विचार दिओ, फिर ये आत्मा ते परमात्मा दा मिलन होवेगा। त्रिविध कर्म कमाईय है, आस अंदेसा होए। क्यों गुर बिन त्रिकुटी छुटसी, सहज मिलय सुख होए। निज घर महल पछाणीय, नदर करे मल धोए। देखो शब्द विच एक एक पदा भी इस तरह जिवें पड़दे खुलते जाते हैं। पहला पड़दा रहाऊ वाली पंक्ति विच खोलिया, थोड़ा ध्यान दे के समझियो। गल तां अगे तुरनी है जे पहली समझ आएगी। अगे कदम तां ही वधाया जाएगा, ते वधाया कदम भी तां ही सफल होएगा जे पिछला समझ आएगा। रहाऊ विच पहला पड़दा खोलण लई किहा भाई रे संत जना की रेण। जे पड़दा खोलना है ना, पहला स्टैप अगे वधना है, तां संत सवा गुर पाईए मुकत पदारथ धीण। आसी पहला। हुण दूजा पड़दा महाराज जी कहंदे खोल की करना है। धात मिले फुन धात को सिफती, सिफत समाए लाल गुलाल गहबरा सच्चा रंग चढ़ाओ। सच मिले संतोखिया हर जप एक है भाए। फिर महाराज जी कहते अगला पड़दा जदों खुलेगा फिर पता लगेगा ऊंचो थान सुहावना ऊपर महल मुरार। फिर जाके पता लगेगा। इसलिए उत्थे तक जाण लई तुहानूं एक पड़दा खोलना पैना है। सच करनी दे पाईए दर कर महल प्यार। वो किवें खुलेगा? गुरमुख मन समझाइए। गुरु दे राही मन नूं समझाओ। आत्म राम विचार इनू समझा के आत्म राम जिहड़ा आत्मा दा राम खसम है उहदी विचार इनू मन नूं समझाओ कि मना तू किहड़े पासे तुरिया फिरदा है। तैनूं ते आत्म राम दा रस लैण लई भेजिया सी। इनू विचार समझाओ मन नूं। कहंदे जदों मन नूं समझाओगे ते फिर की होएगा? अगों मन कहेगा मैं किवें समझां, मैं ते त्रिकुटी विच फसिया पिया। मैं तो त्रिकुटी विच। ते जिहड़े जोगी लोग ने वो आ मत्थे दी त्रिकुटी समझदे आ। वो मत्थे कई बारी मत्थे ते वट पै जांदे आ त्योड़ियां, उहनूं भी त्रिकुटी कहंदे आ। एक वो जड़ियां ने सुखमना नाड़ी इंगला ते पिंगला नाड़ी जिहड़ी आ उहनूं भी वो जोगी लोग समझदे आ। पर असल विच त्रिकुटी की है? रजो गुण तमो गुण सतो गुण। यह त्रिकुटी जिहदे विच मन फसिया पिया है।
ਹੁਣ ਇਹ ਤ੍ਰਿਕੁਟੀ ਤੋਂ ਮਨ ਕਿਵੇਂ ਛੁੱਟੇਗਾ? ਮਨ ਕਹਿੰਦਾ ਮੈਂ ਸਮਝ ਤਾਂ ਲਵਾਂ, ਪਰ ਮੈਨੂੰ ਸਮਝਣ ਦੇਣਗੇ ਤਾਂ ਹੀ ਸਮਝਾਂਗਾ ਨਾ। ਮੈਨੂੰ ਇਹ ਤ੍ਰਿਕੁਟੀ ਜਿਹੜੀ ਹੈ ਜਿਹਦੇ ਜਾਲ 'ਚ ਫਸਿਆ ਹੋਇਆ, ਇਹ ਮੈਨੂੰ ਆਤਮ ਰਾਮ ਦੀ ਵਿਚਾਰ ਸਮਝਣੀ ਕੋਈ ਨਹੀਂ ਦਿੰਦੇ। ਤਾਂ ਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ, ਸਾਹਿਬ ਜੀ ਕਹਿੰਦੇ ਤ੍ਰਿਵਿਧ ਤਿੰਨ ਤਰੀਕੇ ਜਿਹੜੇ ਨੇ ਕਰਮ ਹੋ ਰਹੇ ਨੇ, ਰਜਗੁਣ, ਤਮਗੁਣ, ਸਤਗੁਣ। ਸਾਹਿਬ ਕਹਿੰਦੇ ਤ੍ਰਿਵਿਧ ਕਰਮ ਕਮਾਈਐ ਆਸ ਅੰਦੇਸਾ ਹੋਏ। ਮਨ ਜਿਹੜੇ ਤਿੰਨ ਪ੍ਰਕਾਰ ਦੇ ਕਰਮ ਰਜਗੁਣ, ਤਮਗੁਣ, ਸਤਗੁਣ ਵਿੱਚ ਕਰ ਰਿਹਾ ਹੈ, ਕਹਿੰਦੇ ਉਹਦੇ ਵਿੱਚ ਤ੍ਰਿਸ਼ਨਾ ਵੀ ਵੱਧ ਰਹੀ, ਆਸ ਤ੍ਰਿਸ਼ਨਾ ਵੀ ਵੱਧ ਰਹੀ ਹੈ, ਔਰ ਸੰਦੇਸ਼ਾ ਦਾ ਅਰਥ ਹੈ ਚਿੰਤਾਵਾਂ ਵੀ ਵੱਧ ਰਹੀਆਂ ਨੇ। ਸਾਡੀ ਤ੍ਰਿਸ਼ਨਾ ਤੇ ਚਿੰਤਾ ਦੇ ਵਧਣ ਦਾ ਕਾਰਨ ਕਿ ਮਨ ਤ੍ਰਿਕੁਟੀ ਵਿੱਚ ਫਸਿਆ ਪਿਆ। ਕੀ ਕਰੀਏ? ਸਾਹਿਬ ਕਹਿੰਦੇ ਕਿਉਂ ਗੁਰ ਬਿਨ ਤ੍ਰਿਕੁਟੀ ਛੁੱਟ ਸੀ। ਕਿਉਂ ਦਾ ਅਰਥ ਗੁਰੂ ਤੋਂ ਬਿਨਾ ਕਿਵੇਂ ਛੁੱਟੇਗਾ ਤੂੰ ਇਸ ਤ੍ਰਿਕੁਟੀ ਵਿੱਚੋਂ? ਗੁਰੂ ਤੋਂ ਬਿਨਾ ਇਹ ਤ੍ਰਿਕੁਟੀ ਚੋਂ ਛੁੱਟਿਆ ਨਹੀਂ ਜਾਣਾ। ਜਿੰਨਾ ਮਰਜੀ ਪੁੱਠੇ ਲਟਕ ਲਓ, ਵਰਤ ਰੱਖ ਲਓ, ਧੂਣੀਆਂ ਬਾਲ ਲਓ, ਤੀਰਥਾਂ ਦੇ ਕੰਢੇ ਤੇ ਜਾ ਕੇ ਬਹਿ ਜਾਓ, ਜਿੰਨੇ ਮਰਜੀ ਕੰਨਾਂ 'ਚ ਮੁੰਦਰਾਂ ਵਿਭੂਤੀਆਂ ਮਲ ਲਓ, ਗੁਰੂ ਤੋਂ ਬਿਨਾ ਇਹ ਤ੍ਰਿਕੁਟੀ ਨਹੀਂ ਜੇ ਛੁੱਟਣੀ। ਗੁਰ ਬਿਨ ਘੋਰ ਅੰਧਾਰ ਹੀ ਰਹਿਣਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਸਾਹਿਬ ਕਹਿੰਦੇ ਕਿਉਂ, ਕਿਵੇਂ? ਗੁਰ ਬਿਨ ਤ੍ਰਿਕੁਟੀ ਛੁੱਟ ਸੀ। ਇਹ ਗੁਰੂ ਤੋਂ ਬਿਨਾ ਤ੍ਰਿਕੁਟੀ ਨਹੀਂ ਜੇ ਛੁੱਟਣੀ। ਇਸ ਲਈ ਗੁਰੂ ਦਾ ਗਿਆਨ ਲਓ। ਸਹਿਜ ਮਿਲਿਆ ਸੁਖ ਹੋਏ। ਤੁਹਾਨੂੰ ਸਹਿਜ ਮਿਲੇਗਾ, ਅਡੋਲਤਾ ਮਿਲੇਗੀ, ਤੁਹਾਡੇ ਭਟਕਦੇ ਹੋਏ ਮਨ ਨੂੰ ਟਿਕਾ ਮਿਲੇਗਾ ਤੇ ਤੁਹਾਨੂੰ ਸੁੱਖ ਦੀ ਪ੍ਰਾਪਤੀ। ਜਿੰਨਾ ਚਿਰ ਤੁਸੀਂ ਰਜਗੁਣ, ਤਮਗੁਣ, ਸਤਗੁਣ 'ਚ ਫਸੇ ਹੋ ਨਾ, ਸੁੱਖ ਨਹੀਂ ਜੇ ਮਿਲ ਸਕਦਾ। ਸੁੱਤੇ ਪਿਆਂ ਸੁਪਨੇ ਵਿੱਚ ਵੀ ਸੁੱਖ ਨਸੀਬ ਨਹੀਂ ਹੋਏਗਾ। ਗੁਰੂ ਕੋਲੋਂ ਗਿਆਨ ਲੈ ਕੇ ਸਹਿਜ ਮਿਲੇਗਾ, ਸਹਿਜ ਵਿੱਚ ਸੁੱਖ ਦੀ ਪ੍ਰਾਪਤੀ ਹੋਏਗੀ। ਇਸ ਲਈ ਨਿਜ ਘਰ ਆ ਗਈ ਨਾ ਗੱਲ ਅੰਦਰ ਦੀ। ਨਿਜ ਕਹਿੰਦੇ ਆਪਣਾ ਘਰ ਦੇ ਵਿੱਚ, ਆਪਣੇ ਘਰ ਵਿੱਚ। ਨਿਜ ਘਰ ਮਹਿਲ ਪਛਾਣੀ ਹੈ। ਜਿਹੜਾ ਤੁਹਾਡੇ ਅੰਦਰ ਮਹਿਲ ਹੈ ਨਾ, ਜਿੱਥੇ ਮੁਰਾਰੀ ਬੈਠਾ ਪਰਮੇਸ਼ਵਰ, ਉਹਨੂੰ ਪਛਾਣ ਲਓ। ਨਦਰ ਕਰੇ ਮਲ ਧੋਏ, ਪਰ ਤਾਂ ਪਛਾਣੋਗੇ ਜੇ ਉਹਦੀ ਗੁਰੂ ਦੀ ਨਜ਼ਰ ਨਾਲ ਤੁਸੀਂ ਆਪਣੇ ਮਨ ਦੀ ਮਲ ਨੂੰ ਧੋਵੋਗੇ। ਇਸ ਲਈ ਗੁਰੂ ਤੋਂ ਬਿਨਾ ਤ੍ਰਿਕੁਟੀ ਦਾ ਛੁਟਕਾਰਾ ਨਹੀਂ ਹੋਣਾ, ਤੇ ਗੁਰੂ ਦੇ ਗਿਆਨ ਤੋਂ ਬਿਨਾ ਮਲ ਧੋਤੀ ਨਹੀਂ ਜਾਣੀ। ਗੁਰੂ ਦੀ ਨਜ਼ਰ ਹੇਠ ਆਓ, ਫਿਰ ਤੁਸੀਂ ਆਪਣੇ ਨਿਜ ਘਰ ਵਿੱਚ ਉਸ ਮਹਿਲ ਨੂੰ ਪਛਾਣ ਸਕਦੇ ਹੋ। ਬਿਨ ਗੁਰ ਮੈਲ ਨਾ ਉਤਰੈ, ਬਿਨ ਹਰਿ ਕਿਉ ਘਰ ਵਾਸ। ਏਕੋ ਸ਼ਬਦ ਵਿਚਾਰੀਐ, ਅਵਰ ਤਿਆਗੈ ਆਸ। ਨਾਨਕ ਦੇਖ ਦਿਖਾਈਐ, ਹਉ ਸਦ ਬਲਿਹਾਰੈ ਜਾਸ। ਧੰਨ ਗੁਰੂ ਨਾਨਕ ਸਾਹਿਬ ਜੀ ਹੁਣ ਅਗਲਾ ਪਰਦਾ ਖੋਲਣ ਵਾਸਤੇ ਕਹਿ ਰਹੇ ਆ, ਬਿਨ ਗੁਰ ਮੈਲ ਨਾ ਉਤਰੈ। ਗੁਰੂ ਦੇ ਗਿਆਨ ਤੋਂ ਬਿਨਾ ਮਲ ਨਹੀਂ ਉਤਰਨੀ। ਬਾਹਰੋਂ ਜਿੰਨੀ ਮਰਜ਼ੀ ਮਲ ਧੋ ਲੋ, ਸਮਾਂ ਵੀ ਤਕਰੀਬਨ ਸਮਾਪਤ ਹੋ ਚੱਲਿਆ, ਪਰ ਵਿਚਾਰ ਬੜੀ ਗਹਿਰੀ ਹੈ। ਇਹਨੂੰ ਹਿਰਦੇ ਵਿੱਚ ਉਤਾਰਨਾ ਪੈਣਾ। ਸਾਹਿਬ ਕਹਿੰਦੇ ਬਾਹਰੋਂ ਤਾਂ ਧੋ ਲਈ ਮਲ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਕੇ, ਪਰ ਅੰਦਰ ਦੀ ਮਲ ਕਿਵੇਂ ਉਤਾਰੋਗੇ? ਨਾ ਇਹ ਸਾਬਣ ਨਾਲ ਉਤਰਨੀ, ਨਾ ਪਾਣੀ ਨਾਲ ਉਤਰਨੀ ਹੈ। ਤੁਸੀਂ ਸਰਫ ਘੋਲ ਲਓ ਪਾਣੀ ਵਿੱਚ ਤੇ ਪੀ ਲਓ, ਪੀਣ ਨਾਲ ਕੀ ਹੋਏਗਾ? ਬਿਮਾਰੀ ਤਾਂ ਲੱਗ ਜਾਏਗੀ, ਪਰ ਮਲ ਕੋਈ ਨਹੀਂ ਉਤਰਨੀ। ਪਾਣੀ ਆਪਾਂ ਰੋਜ਼ ਕਿੰਨਾ ਪੀਂਦੇ ਆ, ਫਿਲਟਰ ਕਰ ਕਰਕੇ ਪੀਂਦੇ ਆ, ਤਾਂ ਵੀ ਮਲ ਨਹੀਂ ਉਤਰਦੀ। ਕਿਉਂਕਿ ਸੱਚ ਹੈ ਬਿਨ ਗੁਰ ਮੈਲ ਨਾ ਉਤਰੇ। ਹੁਣ ਇੱਥੇ ਗੁਰ ਦਾ ਰਾਰਾ ਮੁਕਤ ਹੈ ਗਿਆਨ। ਇੱਥੇ ਗਿਆਨ ਤੋਂ ਬਿਨਾ ਮਲ ਨਹੀਂ ਉਤਰਨੀ, ਵਿਕਾਰਾਂ ਦੀ ਮਲ ਨਹੀਂ ਉਤਰਨੀ। ਬਿਨ ਹਰਿ ਕਿਉ ਘਰ ਵਾਸ। ਤੇ ਜਿੰਨਾ ਚਿਰ ਉਸ ਪਿਆਰੇ ਵਾਹਿਗੁਰੂ ਜੀ ਦੇ ਨਾਮ ਨਾਲ ਨਹੀਂ ਜੁੜੋਗੇ, ਤੁਹਾਡਾ ਘਰ ਵਿੱਚ ਵਾਸ ਕਿਵੇਂ ਹੋਏਗਾ? ਉਹ ਪਿਆਰੇ ਦੇ ਘਰ ਵਿੱਚ ਵਾਸਾ ਕਿਵੇਂ ਹੋਏਗਾ? ਉਹਦੇ ਘਰ ਵਿੱਚ ਵਾਸਾ ਨਹੀਂ ਹੋ ਸਕਦਾ। ਕੀ ਕਰੀਏ? ਮਹਾਰਾਜ ਜੀ ਕੋਈ ਤਾਂ ਰਾਹ ਦੱਸੋ। ਕਹਿੰਦੇ ਏਕ ਸ਼ਬਦ ਵਿਚਾਰੀਐ। ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ। ਏਕ ਸ਼ਬਦ ਵਿਚਾਰੀਐ। ਪਰ ਵਿਚਾਰਨ ਲੱਗਿਆ ਕੀ ਕਰਨਾ ਹੈ? ਅਵਰ ਤਿਆਗੈ ਆਸ। ਲਾਹੇ ਬਿਡਾਨੀ ਆਸ। ਨਾਨਕ ਨਾਮ ਧਿਆਈਐ, ਕਾਰਜ ਆਵੈ ਰਾਸ। ਜਦੋਂ ਬਾਣੀ ਪੜ੍ਹਦੇ ਹੋ ਬੇਗਾਨੀਆਂ ਆਸਾਂ ਲਾ ਕੇ ਬਾਣੀ ਪੜ੍ਹਿਆ ਕਰੋ।
ਜਦੋਂ ਨਿਤਨੇਮ ਕਰਦੇ ਆ ਤੇ ਬੇਗਾਨੀਆਂ ਆਸਾਂ ਲਾ ਕੇ ਨਿਤਨੇਮ ਕਰੀਏ। ਜਦੋਂ ਗੁਰੂ ਦੁਆਰੇ ਬੈਠੇ ਆ ਤੇ ਬੇਗਾਨੀ ਆਸ ਦੂਜਿਆਂ ਦੀਆਂ ਆਸਾਂ ਲਾ ਕੇ ਗੁਰੂ ਤੇ ਭਰੋਸਾ ਰੱਖੀਏ, ਫਿਰ ਕਾਰਜ ਕਿਵੇਂ ਨਹੀਂ ਫਿਰ ਸਾਡਾ ਨਿਤਨੇਮ ਕੀਤਾ ਕਿਵੇਂ ਨਹੀਂ ਸਾਡੇ ਅੰਦਰ ਆਨੰਦ ਦੇਗਾ, ਸਾਡੇ ਅੰਦਰ ਆਨੰਦ ਦਾ ਰਸ ਬਣੇਗਾ। ਬਾਣੀ ਪੜ੍ਹ ਰਹੇ ਆ, ਅੰਦਰ ਆਸ ਪਤਾ ਨਹੀਂ ਕਿੰਨਿਆਂ ਤੇ ਹੈ, ਕਿੰਨਿਆਂ ਤੇ ਭਰੋਸਾ ਰੱਖੀ ਬੈਠੇ ਆ। ਇਸ ਲਈ ਮਹਾਰਾਜ ਜੀ ਕਹਿੰਦੇ ਆ, ਤੂੰ ਕੀ ਕਰ, ਇੱਕ ਸ਼ਬਦ ਨੂੰ ਵਿਚਾਰਨ ਲੱਗਿਆ ਅਵਰ ਤਿਆਗੈ ਆਸ, ਨਾਨਕ ਦੇਖ ਦਿਖਾਈ ਹੈ। ਜਿਨ੍ਹਾਂ ਨੇ ਇੱਕ ਦੀ ਆਸ ਰੱਖ ਕੇ ਕਾਰਜ ਰਸ ਕਰਕੇ ਉਹਦੇ ਦੀਦਾਰ ਕਰ ਲਏ, ਔਰ ਜਿਹੜਾ ਦੂਜਿਆਂ ਨੂੰ ਵੀ ਉਸ ਰਾਹ ਤੇ ਤੋਰ ਕੇ ਦਿਖਾਉਣਾ ਚਾਹੁੰਦਾ ਹੈ, ਹਉ ਸਦ ਬਲਿਹਾਰੈ ਜਾਸ, ਮੈਂ ਸਦਾ ਉਹਨਾਂ ਤੋਂ ਬਲਿਹਾਰੇ ਜਾਵਾਂ। ਕਹਿੰਦੇ ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਹਨਾਂ ਗੁਰਮੁਖਾਂ ਤੋਂ ਸੱਦ ਕੇ ਜਾਈਏ ਜਿਨ੍ਹਾਂ ਨੇ ਆਪ ਅੰਦਰ ਦੇ ਮਹਿਲ ਵਿੱਚ ਨਿਰੰਕਾਰ ਨੂੰ ਪਾਲਿਆ, ਤੇ ਜਿਹੜੇ ਦੂਸਰਿਆਂ ਨੂੰ ਵੀ ਦੱਸਦੇ ਆ ਵੀ ਭਾਈ ਆਹ ਰਾਹ ਤੁਰ ਕੇ ਆਹ ਕਰਮ ਕਰੋ ਤੇ ਤੁਹਾਨੂੰ ਨਿਰੰਕਾਰ ਦੀ ਪ੍ਰਾਪਤੀ ਹੋ ਜਾਏਗੀ। ਸਾਹਿਬ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇਸ ਲਈ ਜੋ ਅੱਜ ਗੁਰੂ ਨਾਨਕ ਸਾਹਿਬ ਨੇ ਸ਼ਬਦ ਦੇ ਦੁਆਰਾ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ, ਮਨ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਕੇ ਗੁਰੂ ਦੀ ਵਿਚਾਰ ਬਾਣੀ ਦੀ ਵਿਚਾਰ ਨਾਲ ਇਹਨੂੰ ਸਮਝਾਉਣ ਦਾ ਯਤਨ ਕਰਕੇ ਜਦੋਂ ਮਨ ਸਮਝ ਜਾਏ ਫਿਰ ਅਸੀਂ ਬੇਨਤੀ ਕਰੀਏ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਫਿਰ ਆਹ ਬੇਨਤੀ ਮਨ ਅੰਦਰ ਕਰੇਗਾ, ਫਿਰ ਭਗਤੀ ਦਾ ਗੂੜਾ ਰੰਗ ਜਦੋਂ ਅੰਦਰ ਚੜ ਜਾਏਗਾ, ਜਿਹਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ। ਜਿੱਦਨ ਸੱਚਾ ਰੰਗ ਚੜ ਗਿਆ ਉਹ ਦਿਨ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਸਕੇਗਾ। ਸਤਿਗੁਰੂ ਮਹਿਰਾਮਤ ਕਰਨ, ਜੋ ਬੋਲਿਆ ਉਹ ਸਾਡੇ ਹਿਰਦੇ 'ਚ ਵਸ ਜਾਏ, ਜੋ ਸੁਣਿਆ ਉਹ ਸਾਡੇ ਹਿਰਦੇ ਵਿੱਚ ਵਸ ਜਾਏ, ਤਾਂ ਕਿ ਗੁਰੂ ਚਰਨਾਂ ਵਿੱਚ ਜੁੜਿਆ ਸਾਡਾ ਜੀਵਨ ਲੇਖੇ ਵਿੱਚ ਲੱਗ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਬਿਨ ਗੁਰ ਮੈਲ ਨਾ ਉਤਰੈ, ਦਿਨ ਹਰ ਕਿਉ ਘਰ ਵਾਸ, ਏਕੋ ਸ਼ਬਦ ਵਿਚਾਰੀਐ ਅਵਰ ਤਿਆਗੈ ਆਸ, ਨਾਨਕ ਦੇਖ ਦਿਖਾਈਐ ਹਉ ਸਦ ਬਲਿਹਾਰੈ ਜਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।